ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਪੰਜਾਬਨਾਮਾ ਦੇ ਸੰਪਾਦਕ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤਖਤ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਸਮਦ ਸਾਹਿਬ। ਸਭ ਤੋਂ ਪਹਿਲਾਂ ਵੱਡੀ ਖਬਰ, ਤੜਕਸਾਰ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕਰਤੇ। ਨਸ਼ਿਆਂ ਨੂੰ ਲੈ ਕੇ ਨੈਕਸਸ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਉਹ ਪਿੰਡ ਤੇ ਛਾਪਾ ਮਾਰਿਆ ਜਿਸ 'ਚ ਘਰ ਤਾਂ 500 ਨੇ, ਪਰ 300 ਲੋਕਾਂ ਦੇ ਉੱਤੇ, 300 ਘਰਾਂ ਦੇ ਉੱਤੇ ਜਿਹੜਾ ਉਹ ਪਰਚਾ ਆ। ਕਿਸੇ ਦੇ 2, ਕਿਸੇ ਦੇ 3, ਕਿਸੇ ਦੇ 5। ਏਦਾਂ ਕਹਿ ਲਓ ਕਿ ਉਹ ਪਿੰਡ ਹੀ ਸਾਰਾ ਨਸ਼ਿਆਂ ਨਾਲ ਲਿਪਤ, ਕਹਿ ਲਈਏ ਕਿ ਉਹ ਨਸ਼ਾ ਸਪਲਾਈ ਵੀ ਕਰਦੇ ਨੇ। ਕਹਿੰਦੇ ਜਿਹੜੇ ਕਾਂਗਰਸ ਦੇ ਸੰਸਦ ਮੈਂਬਰ ਨੇ ਚੌਧਰੀ ਸੰਤੋਖ ਸਿੰਘ, ਉਹਨਾਂ ਨੇ ਉਹ ਪਿੰਡ ਗੋਦ ਲਿਆ ਹੋਇਆ ਸੀ। ਚਲੋ ਇਹ ਤਾਂ ਸਿਆਸੀ ਤੌਰ ਤੇ ਹੋ ਗਿਆ, ਪਰ ਜੋ ਕੁਝ ਪੁਲਿਸ ਨੇ ਕੀਤਾ ਨਸ਼ਿਆਂ ਤੇ ਨਕੀਲ ਕੱਸਣ ਦੇ ਲਈ, ਪੁਲਿਸ ਕਹਿੰਦੀ ਹੈ ਕਿ ਬਹੁਤ ਵੱਡੀ ਕਾਰਵਾਈ ਹੈ ਜੀ, ਛਾਪਾ ਮਾਰਿਆ ਅਸੀਂ। ਤੇ ਮਤਲਬ ਕਿ ਗੱਲ ਤਾਂ ਇੱਕ ਸਾਫ਼ ਹੈ ਨਾ ਕਿ ਜੇ 300 ਘਰਾਂ ਦੇ ਉੱਤੇ ਮਤਲਬ ਕਿ ਸੈਂਕੜੇ ਪਰਚੇ ਨੇ, ਤਾਂ ਅੰਦਾਜ਼ਾ ਲੱਗ ਸਕਦਾ ਕਿ ਕਿੰਨਾ ਕੁ ਨਸ਼ਾ ਕਿਹਦੀ ਸ਼ਹਿ ਦੇ ਹੇਠ ਕਿਵੇਂ ਕਿਵੇਂ ਵਿਕਦਾ, ਤੇ ਇਹ ਕਾਰਵਾਈ ਕਿੰਨੀ ਕੁ ਮਤਲਬ ਕਿ ਕਾਰਗਰ ਸਿੱਧ ਹੋਏਗੀ। ਸੁਖਵਿੰਦਰ, ਨਸ਼ੇ ਪੰਜਾਬ ਦਾ ਇਸ ਵੇਲੇ ਜ਼ਿੰਦਗੀ ਦਾ ਹਿੱਸਾ ਨੇ। ਤੁਸੀਂ ਇਹ ਤੋਂ ਇਨਕਾਰੀ ਹੋਵੋ ਨਾ ਹੋਵੋ, ਇਹ ਤੁਹਾਡੀ ਮਰਜ਼ੀ ਆ। ਨਸ਼ੇ ਇਸ ਵੇਲੇ ਪੰਜਾਬ ਦੇ ਵਿੱਚ ਕਾਰੋਬਾਰ ਦਾ ਹਿੱਸਾ ਨੇ। ਤੁਸੀਂ ਇਸ ਤੋਂ ਇਨਕਾਰੀ ਹੋਵੋ ਜਾਂ ਨਾ ਹੋਵੋ, ਇਹ ਵੀ ਤੁਹਾਡੀ ਮਰਜ਼ੀ ਆ। ਨਸ਼ੇ ਇਸ ਵੇਲੇ ਪੁਲਿਸ ਡਿਪਾਰਟਮੈਂਟ, ਪੋਲਿਟਿਕਸ ਔਰ ਹਰ ਤਰ੍ਹਾਂ ਦੇ ਜੋ ਆਪਾਂ ਅਹਿਲਕਾਰ ਹੈਗੇ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਇੱਕ ਕਾਰੋਬਾਰ ਆ, ਜਿਸ ਤੋਂ ਕੋਈ ਵੀ ਇਨਕਾਰੀ ਹੋ ਹੀ ਨਹੀਂ ਸਕਦਾ। ਔਰ ਤੁਸੀਂ ਗੱਲ ਕਰ ਰਹੇ ਹੋ ਕਿ ਜਲੰਧਰ ਦੇ ਗੰਨਾ ਪਿੰਡ ਦੇ ਜਿੱਥੇ 300 ਤੋਂ ਵੱਧ ਇਹੋ ਜਿਹੇ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ। ਮੇਰੇ ਯਾਦ ਆ ਵੀ ਇੱਕ ਪਿੰਡ ਆਪਣੇ ਗਾਂਧੀ ਜੀ ਦਾ ਅਡਾਪਟ ਕੀਤਾ ਹੁੰਦਾ ਸੀਗਾ ਜਦੋਂ ਪਟਿਆਲੇ ਤੋਂ ਉਹ MP ਸੀਗੇ। ਉਸ ਪਿੰਡ ਦਾ ਵੀ ਇਹੀ ਹਾਲ ਸੀ। ਉੱਥੇ ਵੀ ਸੈਂਕੜਿਆਂ ਵਿੱਚ ਪਰਚੇ ਸੀਗੇ ਉਸ ਪਿੰਡ ਦੇ ਲੋਕਾਂ ਦੇ ਉੱਪਰ। ਮੇਰੇ ਯਾਦ ਨਹੀਂ ਆ ਰਿਹਾ ਪਿੰਡ ਦਾ ਨਾਮ, ਪਰ ਹਾਲਾਤ ਉਹ ਘੱਗਰ ਦੇ ਕਿਨਾਰੇ ਪਿੰਡ ਆ। ਹਾਲਾਂਕਿ ਉੱਥੇ ਦੂਸਰੀ ਬਿਮਾਰੀ ਵੀ ਬਹੁਤ ਸੀ ਕਿ ਪਾਣੀ ਨਾਲ ਜਿਹੜੇ ਬੱਚੇ ਨੁਕਸਾਨ ਹੁੰਦਾ, ਜਨਮ ਤੋਂ ਹੀ ਪੋਲੀਓ ਹੈਗਾ, ਉਹਨਾਂ ਨੂੰ ਬੜੀਆਂ ਅਜੀਬੋ-ਗਰੀਬ ਬਿਮਾਰੀਆਂ ਨੇ। ਪਰ ਇਸ ਕੰਮ ਵਾਲੇ ਪਾਸੇ ਵੀ ਕਾਫੀ ਲੱਗੇ ਹੋਏ ਨੇ। ਹਰਿਆਣਾ ਪੰਜਾਬ ਬਾਰਡਰ ਦੇ ਉੱਪਰ ਪਟਿਆਲਾ ਛੱਡੋ, ਸੰਗਰੂਰ ਛੱਡੋ, ਬਠਿੰਡਾ ਛੱਡੋ, ਪੂਰੀ ਦੀ ਪੂਰੀ ਬੈਲਟ ਜਿਹੜੀ ਹੈਗੀ ਆ, ਉੱਥੇ ਇਸ ਤਰ੍ਹਾਂ ਦੇ ਕਈ ਪਿੰਡ ਨੇ ਜਿਨ੍ਹਾਂ ਦੇ ਤਕਰੀਬਨ ਹਰ ਘਰ ਦੇ ਉੱਤੇ ਪਰਚੇ ਨੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਔਰਤਾਂ ਦੇ ਉੱਪਰ ਵੀ ਪਰਚੇ ਹੁੰਦੇ ਨੇ। ਔਰਤਾਂ ਜ਼ਿਆਦਾ ਨੇ ਇਸ ਮਾਮਲੇ ਵਿੱਚ, ਕਿਉਂਕਿ ਘਰ ਦੇ ਵਿੱਚ ਉਹ ਬੈਠੀਆਂ ਹੁੰਦੀਆਂ ਨੇ। ਸੋ ਪੁਲਿਸ ਦਾ ਜਦੋਂ ਛਾਪਾ ਪੈਂਦਾ ਜਾਂ ਸਮੱਗਰੀ ਫੜੀ ਜਾਂਦੀ ਆ, ਉਸ ਵੇਲੇ ਘਰ ਵਿੱਚ ਔਰਤਾਂ ਜ਼ਿਆਦਾ ਤਾਮ ਤੇ ਫੜੀਆਂ ਗਈਆਂ ਹੈ, ਕਿਉਂਕਿ ਜਿਹੜਾ ਆਦਮੀ ਆ, ਮਰਦ ਹੈ, ਉਹ ਪੈਡਲਿੰਗ ਦਾ ਕੰਮ ਕਰਦਾ, ਉਹ ਨਸ਼ੇ ਸਪਲਾਈ ਦਾ ਕੰਮ ਕਰਦਾ। ਪਰ ਇਸ ਵੇਲੇ ਜਿਹੜੇ ਸੁਖਵਿੰਦਰ ਪੰਜਾਬ ਦੇ ਹਾਲਾਤ ਨੇ, ਜੋ ਨਸ਼ਾ ਖਾ ਰਹੇ ਨੇ ਉਹਨਾਂ ਤੋਂ ਪੈਡਲਿੰਗ ਦਾ ਕੰਮ ਵੀ ਲਿਆ ਜਾਂਦਾ। ਔਰ ਮੈਂ ਵੀਡੀਓ ਦੇਖ ਰਿਹਾ ਸੀ ਸਵੇਰੇ, ਲਾਈਵ ਵੀਡੀਓਜ਼ ਚੱਲ ਰਹੇ ਸੀ ਜਲੰਧਰ ਦੇ ਗੰਨਾ ਪਿੰਡ ਤੋਂ। ਆਖੇ 10-12 ਭੁੱਕੀ ਦੀਆਂ ਪੁੜੀਆਂ ਫੜੀਆਂ ਨੇ। ਇੱਕ ਬੰਦਾ ਜੋ ਕੰਜ਼ਿਊਮ ਕਰਦਾ ਉਹ ਫੜਿਆ ਹੈਗਾ। ਪਰ ਪੁਲਿਸ ਦੀ ਬੜੀ ਵੱਡੀ ਫੋਰਸ ਲੱਗੀ ਹੋਈ ਆ। ਮੈਂ ਹੈਰਾਨ ਹੋ ਰਿਹਾ ਪੁਲਿਸ ਦੀ ਕਾਰਵਾਈ ਦੇ ਉੱਪਰ, ਕਿਉਂਕਿ ਬਹੁਤ ਇੰਟੈਲੀਜੈਂਟ IPS ਆਫੀਸਰ ਹੋਣਗੇ ਜਿਨ੍ਹਾਂ ਨੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਹੋਵੇਗਾ। ਪਰ ਸਾਨੂੰ ਪਤਾ ਹੈਗਾ ਕਿ ਜਿਹੜੇ ਨਸ਼ਾ ਆਪਰੇਟਰ ਨੇ ਉਹਨਾਂ ਦਾ ਮੋਟਿਵ ਆਪਰੈਂਡੀ ਕੀ ਹੋ, ਇਹ ਤਾਂ ਬੜਾ ਆਮ ਹੋ ਚੁੱਕਿਆ ਹੈਗਾ ਕਿ ਖੇਪ ਆਏਗੀ ਇਕੱਠੀ ਆਏਗੀ। ਹੁਣ ਤੁਸੀਂ ਗੱਲ ਕਰ ਲਓ, ਕੱਲ ਪੁੰਛ ਦੇ ਵਿੱਚ 34 ਪਤਾ ਨਹੀਂ 38-39 ਕਿਲੋ ਨਸ਼ੇ ਦੀ ਖੇਪ ਪੜੀ ਆ ਫੌਜ ਨੇ ਤੇ ਉੱਥੋਂ ਦੀ ਲੋਕਲ ਪੁਲਿਸ ਨੇ ਮਿਲ ਕੇ। ਔਰ ਤੁਸੀਂ ਹਾਲਾਤ ਦੇਖੋ, ਉਹ ਪਿੰਡ ਦਾ ਨਾਮ ਵੀ ਮੈਂ ਲਿਖਿਆ ਸੀਗਾ, ਮੈਂ ਕਿਹਾ ਬਗਲਦਾਰਾ ਹੈਗਾ, ਮਾਲਤੀ ਬਗਲਦਾਰਾ ਦੇ ਕੋਲ ਫੜੀ ਹੈਗੀ। ਔਰ ਉਹਦੀ ਕੀਮਤ ਆ ਕਰੀਬ 200 ਕਰੋੜ ਰੁਪਇਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ। ਉਹ ਜਦੋਂ ਵੀ ਤੁਸੀਂ ਰੇਡ ਕਰਦੀ ਆ ਪੁਲਿਸ, ਤੁਹਾਡੇ ਕੋਲੇ ਸੂ ਪ੍ਰੋਪਰ ਹੋਣੀ ਚਾਹੀਦੀ ਆ ਕਿ ਇਸ ਵੇਲੇ ਕੰਸਾਈਨਮੈਂਟ ਆਈ ਆ। ਤੁਸੀਂ ਜਦੋਂ ਕੰਸਾਈਨਮੈਂਟ ਨੂੰ ਰਿਸੀਵ ਕਰਨ ਗਿਆ, ਜਾਂ ਤਾਂ ਉਦੋਂ ਫੜੋ, ਕਿਉਂਕਿ ਉਸੇ ਟਾਈਮ ਤੇ ਨੋਟਾਂ ਦਾ ਆਦਾਨ ਪ੍ਰਦਾਨ ਹੁੰਦਾ, ਉਸੇ ਟਾਈਮ ਤੇ ਕੰਸਾਈਨਮੈਂਟ ਦਾ ਆਦਾਨ ਪ੍ਰਦਾਨ ਹੁੰਦਾ। ਤੁਸੀਂ ਹੁਣ ਜਦੋਂ ਕਹਿੰਦੇ ਨੇ ਵੀ ਉਹ ਸੱਪ ਲੰਘ ਗਿਆ ਤੇ ਉਹਦੀ ਆਪਣੀ ਜਿਹੜੀ ਲਕੀਰ ਛੱਡ ਗਿਆ, ਉਹਨੂੰ ਕੁੱਟੀ ਜਾ ਰਹੇ ਹੋ, ਇਹ ਕੋਈ ਸਿਆਣਪ ਨਹੀਂ ਹੈਗੀ, ਸਿਰਫ ਸ਼ੋਸ਼ੇਬਾਜ਼ੀ। ਔਰ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਲੱਗਦਾ ਪੁਲਿਸ ਵਾਲਿਆਂ ਨੂੰ ਵੀ ਕਹਿ ਦਿੱਤਾ ਵੀ ਕੋਈ ਇਸ ਤਰ੍ਹਾਂ ਦੇ ਐਕਸ਼ਨ ਕਰੋ ਕਿ ਲੋਕਾਂ ਨੂੰ ਲੱਗੇ ਕਿ ਅਸੀਂ ਡਰੱਗ ਮਾਫੀਆ ਦੇ ਖਿਲਾਫ ਕੰਮ ਕਰ ਰਹੇ ਹਾਂ। ਦੇਖੋ, ਲੋਕਾਂ ਨੂੰ ਇੱਕ ਵਾਰ ਤਾਂ ਲੱਗੂਗਾ, 2 ਵਾਰ ਵੀ ਲੱਗ ਸਕਦਾ, 3 ਵਾਰ ਵੀ ਲੱਗ ਸਕਦਾ, ਚੌਥੀ ਵਾਰ ਕਹਿੰਦੇ ਗਿੱਜੀ ਲੂੰਬੜੀ ਹਰੇਕ ਵਾਰੀ, ਜਾਂ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊਗੀ, ਜਾਂ ਉਹ ਆ ਗਿਆ ਸ਼ੇਰ ਆ ਗਿਆ ਵਾਲੀ ਲੱਕੜਹਾਰੇ ਵਾਲੀ ਕਹਾਣੀ। ਕਿੰਨੀ ਦੇਰ ਲੋਕਾਂ ਨੂੰ ਸੱਚ ਪਤਾ ਹੈਗਾ ਕਿ ਪੁਲਿਸ
ਆਪਣੇ ਆਪ ਨੂੰ ਬਚਾਉਣ ਲਈ ਜਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਇਸ ਤਰ੍ਹਾਂ ਦੇ ਐਕਸ਼ਨ ਲੈ ਰਹੀ ਆ। ਬਟ ਉਸ ਐਕਸ਼ਨ ਵਿੱਚ ਕੋਈ ਟੈਕਨੀਕਲੀ ਕੰਮ ਕੀਤਾ ਨਹੀਂ ਦਿਖ ਰਿਹਾ। ਕੋਈ ਸਪੈਸ਼ਲ ਟਾਸਕ ਫੋਰਸ ਦੇ ਬੰਦੇ ਜਾਂ ਜਿਹੜੀ ਡਰੱਗਸ ਦੇ ਖਿਲਾਫ SIT ਬਣੀ ਆ ਉਹਨਾਂ ਵੱਲੋਂ ਕੋਈ ਸਪੈਸ਼ਲ ਆਪਰੇਸ਼ਨ ਕੀਤਾ ਗਿਆ ਹੋਵੇ, ਇਸ ਤਰ੍ਹਾਂ ਦਾ ਨਹੀਂ ਹੈਗਾ। SSP ਨੇ ਪਿੰਡ ਘੇਰ ਲਿਆ ਜੀ, ਪਿੰਡ ਦੇ ਵਿੱਚ 300 ਵੱਧ ਬੰਦਿਆਂ ਦੇ ਉੱਤੇ ਪਰਚੇ ਨੇ। ਦੇਖੋ ਪਰਚੇ ਤਾਂ ਪੁਲਿਸ ਹੀ ਕਰਦੀ ਆ, ਪੁਲਿਸ ਨੂੰ ਹੀ ਕਿਵੇਂ ਪਤਾ ਕਿ ਇਸੇ ਪਿੰਡ ਵਿੱਚ ਫਿਰ ਕੰਸਾਈਨਮੈਂਟ ਵੀ ਤਾਂ ਫੜੀ ਜਾਂਦੀ। ਜੇਕਰ ਖੈਰ ਹਲੇ ਵੀ ਮੈਨੂੰ ਲੱਗਦਾ ਤਲਾਸ਼ੀ ਜਾਰੀ ਆ, ਸੋ ਆਪਾਂ ਰਿਜ਼ਲਟ ਦੇ ਉੱਪਰ ਨਾ ਜਾਈਏ। ਕੱਲ ਨੂੰ ਤਲਾਸ਼ੀ ਤੋਂ ਬਾਅਦ ਪੁਲਿਸ ਕਾਨਫਰੰਸ ਕਰਦੀ ਆ ਕੀ ਲੱਭਿਆ, ਉਹ ਤੋਂ ਬਾਅਦ ਉਹਤੇ ਟਿੱਪਣੀ ਕਰਾਂਗੇ। ਬਟ ਜੋ ਹਲੇ ਤੱਕ ਦੇਖ ਰਹੇ ਆ ਉਹ ਇਹ ਨਹੀਂ ਲੱਗ ਰਿਹਾ ਕਿ ਟੈਕਨੀਕਲੀ ਹੋ ਕੇ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ NCB ਕੰਮ ਕਰਦੀ ਹੈ ਜੀ। NCB ਨੇ 24 ਮਈ ਨੂੰ NCB ਨੂੰ ਸੂਹ ਮਿਲਦੀ ਆ ਕਿ ਬੰਗਲੌਰ ਦੇ ਵਿੱਚ ਇੱਕ ਕੋਈ ਵੱਡਾ ਜ਼ਿੰਬਾਬਵੇ ਤੋਂ ਚੜੀ ਹੈਗੀ ਆ ਮਹਿਲਾ ਜਹਾਜ਼ ਵਿੱਚ, ਉਹਨੂੰ ਉਹਨਾਂ ਨੇ ਬੰਗਲੌਰ ਏਅਰਪੋਰਟ ਤੇ ਦੱਬ ਲਿਆ, ਫੜਿਆ ਗਿਆ। ਮੋਟੀ ਖੇਪ ਫੜੀ ਗਈ ਆ, ਉਹਦੇ ਵਿੱਚ ਪੈਡਲਰ ਇੰਡੀਅਨਸ ਵੀ ਫੜੀਆਂ ਗਈਆਂ ਨੇ, ਅਫਰੀਕਨ ਨਾਗਰਿਕਾਂ ਵੀ, ਔਰਤਾਂ ਵੀ ਫੜੀਆਂ ਗਈਆਂ ਨੇ। ਫਿਰ NCB ਨੇ ਇੱਕ ਹੋਰ ਇੰਦੌਰ ਤੋਂ ਦਿੱਲੀ ਰੇਲ ਗੱਡੀ, ਪਤਾ ਲੱਗਿਆ 3 ਔਰਤਾਂ ਦਿੱਲੀ ਨੂੰ ਲੈ ਕੇ ਵੱਡੀ ਖੇਪ ਲੈ ਕੇ ਜਾ ਰਹੀਆਂ ਨੇ। ਉਹ ਜਦ ਨੂੰ ਪੁਲਿਸ ਪਹੁੰਚੀ ਉਦੋਂ ਨੂੰ ਉਹ ਸਟੇਸ਼ਨ ਟੱਪ ਗਿਆ ਸੀ। ਉਹਨਾਂ ਨੇ ਫਿਰ ਉਹਨਾਂ ਦੇ ਟਰੇਸ ਕਰਵਾਏ, ਮੋਬਾਈਲ ਟਰੇਸ ਕਰਵਾਏ, ਕਿਹੜਾ ਮੋਬਾਈਲ ਉਹਨਾਂ ਕੋਲ ਹੈਗਾ। ਪੁਲਿਸ ਨੂੰ ਉਹਨਾਂ ਦੇ ਮੋਬਾਈਲ ਨੰਬਰ ਮਿਲ ਗਏ, ਉਹਨਾਂ ਦੀ ਲੋਕੇਸ਼ਨ ਚੈੱਕ ਕੀਤੀ ਗਈ। ਹਾਲਾਂਕਿ ਉਹਨਾਂ ਨੂੰ ਵੀ ਔਰ ਕੁੜੀਆਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਪੁਲਿਸ ਸਾਡੇ ਪਿੱਛੇ ਚੱਲ ਪਈ ਆ। ਸੋ ਉਹ ਆਪਣੀ ਮੰਜ਼ਿਲ ਤੋਂ ਬਹੁਤ ਪਹਿਲਾਂ ਰੇਲ ਗੱਡੀ 'ਚ ਉਤਰ ਗਈਆਂ। ਪਰ ਪੁਲਿਸ ਜ਼ਿਆਦਾ ਮੁਸਤੈਦ ਸੀ ਕਿਉਂਕਿ ਟੈਕਨੀਕਲ ਕਾਰਵਾਈ ਹੋ ਰਹੀ ਸੀ, ਪ੍ਰੋਪਰ ਛਾਣਬੀਣ ਤੋਂ ਬਾਅਦ ਕਾਰਵਾਈ ਹੋ ਰਹੀ ਸੀ। ਉਹ ਕੁੜੀਆਂ ਵੀ ਫੜੀਆਂ ਗਈਆਂ ਔਰ ਖੇਪ ਦੇ ਸਮੇਤ ਫੜੀਆਂ ਗਈਆਂ। 40-50 ਕਰੋੜ ਦੀ ਖੇਪ ਫੜੀ ਗਈ। 24 ਤਰੀਕ ਤੋਂ ਲੈ ਕੇ ਕੱਲ 28-29 ਤਰੀਕ ਤੱਕ NCB ਵੱਲੋਂ ਇੰਡੀਆ ਵਿੱਚ ਵੱਖ-ਵੱਖ ਛਾਪਿਆਂ ਦੌਰਾਨ 40 ਤੋਂ 50 ਕਰੋੜ ਦੇ ਨਸ਼ੇ ਫੜੇ ਗਏ ਨੇ। ਇਹ ਤਾਂ ਹੋ ਗਈ ਚੀਜ਼। ਹੁਣ ਪੰਜਾਬ ਪੁਲਿਸ ਕੀ ਕਰ ਰਹੀ ਆ, 10-10 5-5 ਨਸ਼ੇੜੀ ਫੜ ਰਹੀ ਆ। ਉਹਨਾਂ ਨੂੰ ਫੜ ਕੇ ਉਹ ਜੇਲ੍ਹਾਂ ਵਿੱਚ ਸਿੱਟੀ ਜਾਊ। ਜੇਲ੍ਹਾਂ ਵਿੱਚ ਆਬਾਦੀ ਪਹਿਲਾਂ ਹੀ ਬਹੁਤ ਜ਼ਿਆਦਾ ਹੈਗੀ ਆ, ਓਵਰ ਨੇ, ਜਿੰਨੀ ਆਪਣੀ ਕੈਪੈਸਿਟੀ ਹੈਗੀ ਆ ਜੇਲ੍ਹਾਂ ਦੀ ਉਸ ਤੋਂ 3-3 ਗੁਣਾ ਜ਼ਿਆਦਾ ਕੈਦੀ ਹੈਗੇ ਨੇ। ਹਵਾਲਾਤੀ ਬਹੁਤ ਨੇ, ਫੈਸਲਾ ਨਹੀਂ ਹੁੰਦੇ, ਕਿਤੇ ਦੀ ਜਗ੍ਹਾ ਘਟ ਜਾਂਦੀ ਹੈ, ਹਵਾਲਾਤੀ ਥਾਂ ਮੰਨ ਲੈਂਦੇ ਨੇ। ਜਿਵੇਂ ਹੁਣ ਬਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਹਵਾਲਾਤੀ ਆ ਔਰ ਨਵਜੋਤ ਸਿੰਘ ਸਿੱਧੂ ਕੈਦੀ ਆ। ਬਟ ਉੱਥੇ ਆਪਣਾ ਦੂਜਾ ਵੀ ਹੈਗਾ ਜਿਹਦੇ ਕਰਕੇ ਬਿਕਰਮਜੀਤ ਸਿੰਘ ਦੇ ਉੱਪਰ ਸਾਰੀ ਗਾਜ ਡਿੱਗੀ ਸੀ, ਭੋਲਾ, DSP ਭੋਲਾ। ਪਰ ਉਹ ਪਤਾ ਲੱਗਿਆ ਕਹਿੰਦੇ ਭੋਲੇ ਨੂੰ ਪਟਿਆਲੇ ਤੋਂ ਗੁਰਦਾਸਪੁਰ ਸ਼ਿਫਟ ਕਰ ਦਿੱਤਾ ਗਿਆ। ਇਲਜ਼ਾਮ ਤਾਂ ਇਹ ਲਾਏ ਗਏ ਨੇ ਕਿ ਭੋਲੇ ਕੋਲੋਂ ਮੋਬਾਈਲ ਫੜਿਆ ਗਿਆ। ਤੇ ਜੇ ਮੋਬਾਈਲ ਫੜਿਆ ਗਿਆ ਤੇ ਫਿਰ ਜੇਲਰ ਦੇ ਉੱਪਰ ਐਕਸ਼ਨ ਕਿਉਂ ਨਹੀਂ ਹੋਇਆ? ਭੋਲੇ ਵਰਗੇ ਬੰਦੇ ਕੋਲੇ ਮੋਬਾਈਲ ਫੜਿਆ ਗਿਆ, ਭੋਲੇ ਦੀ ਟ੍ਰਾਂਸਫਰ ਤਾਂ ਹੋ ਗਈ, ਪਰ ਜਿਹੜਾ ਅਫਸਰ ਸੀਗਾ ਉਹਦੀ ਕਿਉਂ ਨਹੀਂ ਟ੍ਰਾਂਸਫਰ ਹੋਈ? ਉਹ ਤੇ ਕਿਉਂ ਨਹੀਂ ਐਕਸ਼ਨ ਹੋਇਆ? ਸਰਕਾਰ ਕਰਕੇ ਨਹੀਂ ਸੁਖਵਿੰਦਰ ਜੀ। ਜੀ ਸਮਝ ਸਾਹਿਬ, ਉਹਦੇ ਤਾਂ ਕਿਹਾ ਜਾ ਰਿਹਾ ਕਿ ਜਿਹੜੇ ਜੇਲਰ ਸਾਹਿਬ ਨੇ, ਉਹ ਸੁਪਰਡੈਂਟ ਸਾਹਿਬ ਨੇ, ਜੇਲ੍ਹ ਸੁਪਰਡੈਂਟ, ਉਹਨਾਂ ਦੀ ਨਿਗਰਾਨੀ ਦੇ ਵਿੱਚ, ਕਿਉਂਕਿ ਨਵੇਂ ਬਦਲੀ ਤੇ ਆਏ ਸੀਗੇ ਤੇ ਉਹਨਾਂ ਨੇ ਆ ਕੇ ਛਾਪੇ ਮਾਰੇ ਤੇ ਉਹਨਾਂ ਦੀ ਪਿੱਠ ਥਪਥਪਾਈ ਜਾ ਰਹੀ ਹੈ। ਚਲੋ ਇਹ ਵੀ ਗੱਲ ਇੱਕ ਬੜੀ ਵਧੀਆ ਹੈਗੀ ਆ, ਜੇ ਕੋਈ ਨਵਾਂ ਅਫਸਰ ਆ ਕੇ ਇਹ ਚੀਜ਼ਾਂ ਲੱਭਦਾ। ਔਰ ਪੁਰਾਣੇ ਜਦੋਂ ਛਾਪੇ ਪਏ ਸੀ ਉਦੋਂ ਤਾਂ ਮਿਨਿਸਟਰ ਵੀ ਇਨਵੋਲਵ ਸੀ ਤੇ ਉਦੋਂ ਭੋਲੇ ਤੋਂ ਉਹਨਾਂ ਨੇ ਮੋਬਾਈਲ ਨਹੀਂ ਫੜ ਹੋਇਆ। ਮਤਲਬ ਇਹ ਇਹਨਾਂ ਦੀ ਉਹ ਹੈਗੀ ਆ, ਇਹਦਾ ਮਤਲਬ ਜੈਮਰ ਜਿਹੜੇ ਲੱਗੇ ਹੋਏ ਨੇ, ਜਿਹੜੇ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਜੈਮਰ ਲੱਗੇ ਹੋਏ ਸੀ ਜੇਲ੍ਹਾਂ ਵਿੱਚ, ਜਿਹੜੇ ਲਿਆਂਦੇ ਹੀ ਬੰਦਾ ਇਜ਼ਰਾਈਲ ਤੋਂ ਪਤਾ ਨਹੀਂ ਕਿੱਥੋਂ ਬਾਹਰੋਂ ਮੰਗਾਏ ਗਏ ਸੀ, ਹਾਈਟੈਕ ਜੈਮਰ ਸੀਗੇ। ਇਹਦਾ ਮਤਲਬ ਉਹ ਜੈਮਰ ਫੇਲ ਨੇ। ਮੋਬਾਈਲ ਕਹਿੰਦੇ ਲੱਖ ਹੋਵੇ ਕੈਦੀ ਕੋਲੇ, ਜੇ ਤੁਹਾਡੇ ਜੈਮਰ ਸਹੀ ਕੰਮ ਕਰਦੇ ਨੇ ਤਾਂ ਮੋਬਾਈਲ ਰੱਖ ਕੇ ਕੋਈ ਫਾਇਦਾ ਹੀ ਨਹੀਂ। ਇਹਦਾ ਮਤਲਬ ਕਿ ਪੰਜਾਬ ਸਰਕਾਰ ਨੇ ਜਿਹੜੇ ਜੇਲ੍ਹਾਂ ਵਿੱਚ ਜੈਮਰ ਲਾਏ ਹੋਏ ਨੇ ਉਹ ਖਤਮ ਹੋ ਚੁੱਕੇ ਨੇ। ਸਰਕਾਰ ਫਿਰ ਇਹ ਗੱਲ ਤਾਂ ਮੰਨੀ ਸੁਖਵਿੰਦਰ। ਹਾਂ ਬਿਲਕੁਲ, ਇਹ ਤਾਂ ਇਹ ਹੈ ਨਾ ਕਿ ਉਹਦੀ ਵੀ ਇਨਕੁਆਇਰੀ ਇੱਕ ਖੋਲੀ ਜਾਏ, ਪਤਾ ਲੱਗੇ ਕਿ ਉਹਨਾਂ ਜੈਮਰਾਂ ਨੂੰ ਚਲਾਉਣ ਵਾਲਾ ਕੌਣ ਹੈ, ਉਹ ਜੈਮਰ ਜਿੱਥੇ ਲੱਗੇ ਨੇ ਉੱਥੇ ਕਿੰਨੀ ਕੁ ਰੇਂਜ ਫੜਦੇ ਨੇ, ਵਾਕਈ ਚੱਲਦੇ ਕਿ ਨਹੀਂ, ਕਿਤੇ ਕੋਈ ਏਦਾਂ ਹੀ ਢਾਂਚਾ ਲਿਆ ਕੇ ਨਾ ਖੜਾ ਕੀਤਾ ਹੋਵੇ। ਜੇ ਉਹ ਕੰਮ ਹੀ ਨਹੀਂ ਕਰਦੇ ਤੇ ਫਿਰ ਕੀ ਫਾਇਦਾ ਉਹਨਾਂ ਦਾ। ਇੱਕ ਸਮਝ ਗੱਲ ਹੈ, ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ ਵਾਰ-ਵਾਰ, ਕਿਉਂਕਿ ਨਾਮ ਪਿਛਲੀਆਂ ਸਰਕਾਰਾਂ ਤੇ ਲੱਗ ਜਾਂਦਾ। ਕੈਪਟਨ ਸਾਹਿਬ ਦੇ ਕੋਲ ਫਾਈਲਾਂ ਪਈਆਂ, ਲੋਕ ਕਹਿੰਦੇ ਕਿ ਇੱਕ ਮੁੱਖ ਮੰਤਰੀ ਹੋ ਕੇ ਉਸ ਤੋਂ ਬਾਅਦ ਜਦੋਂ ਸਾਬਕਾ ਮੁੱਖ ਮੰਤਰੀ ਬਣ ਜਾਂਦੇ ਨੇ, ਘਰਾਂ ਨੂੰ ਤੁਰ ਜਾਂਦੇ ਨੇ ਤੇ ਗੁਪਤ ਫਾਈਲਾਂ ਜਿਹੜੀਆਂ ਆਪਣੇ ਨਾਲ ਲੈ ਜਾਂਦੇ ਨੇ ਨਸ਼ਿਆਂ ਨੂੰ ਲੈ ਕੇ। ਕੀ ਉਸ ਫਾਈਲ ਦੇ ਵਿੱਚ, ਜਿਵੇਂ STF ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਸੀ, ਕੀ ਉਹ ਨਾਮ ਕੁਝ ਇੱਧਰ ਵੀ ਜੁੜੇ ਹੋਏ ਨੇ? ਉਹਦੇ ਖੁਲਾਸੇ ਕੀ ਕੈਪਟਨ ਸਾਹਿਬ ਜਨਤਕ ਤੌਰ ਦੇ ਉੱਤੇ ਕਰਨਗੇ ਕਿ ਨਾਲੇ ਤਾਂ ਮੈਂ ਭਗਵੰਤ ਮਾਨ ਨੂੰ ਦੱਸਤਾ ਤੇ ਨਾਲੇ ਮੈਂ ਲੋਕਾਂ ਨੂੰ ਦੱਸ ਦਿੰਦਾ ਕਿ ਆਹ ਲੋਕ ਨੇ? ਦੇਖੋ ਜਿਹੜੀ ਸੰਗਰੂਰ ਦੀ ਜਿਮਨੀ ਚੋਣ ਆ ਰਹੀ ਹੈ ਨਾ,
ਉਹ ਆਮ ਆਦਮੀ ਪਾਰਟੀ ਦੇ ਲਈ ਬੜੀ ਵੱਡੀ ਸਿਰਦਰਦੀ ਸਾਬਤ ਹੋਏਗੀ। ਭਾਵੇਂ ਉਹ ਜਿੱਤ ਜਾਣ, ਬਟ ਫਿਰ ਵੀ ਅੱਗ ਦਾ ਦਰਿਆ ਪਾਰ ਕਰਨਾ ਪਏਗਾ ਆਮ ਆਦਮੀ ਪਾਰਟੀ ਨੂੰ, ਇੰਨਾ ਸਖਾਲਾ ਨਹੀਂ ਹੈਗਾ। ਹਾਲਾਂਕਿ ਚਾਹੇ ਜਿਹੜੀਆਂ ਸੰਗਰੂਰ ਸੀਟ ਦੀਆਂ ਆਪਣੀਆਂ 9 ਵਿਧਾਨ ਸਭਾ ਹਲਕੇ ਨੇ, ਲਹਿਰਾ, ਭਦੌੜ, ਧੂਰੀ, ਬਰਨਾਲਾ, ਮਲੇਰਕੋਟਲਾ, ਸੰਗਰੂਰ, ਸੁਨਾਮ, ਠੀਕ ਹੈ ਨਾ, ਦਿੜਬਾ, ਇਹ ਸਾਰੇ ਹੈਗੇ ਨੇ, ਸਾਰਿਆਂ ਤੋਂ ਜਿੱਤੇ ਹੋਏ ਨੇ। ਪਰ ਉਸ ਤੋਂ ਬਾਅਦ ਵੀ ਇਹਨਾਂ ਨੂੰ ਅੱਗ ਦਾ ਦਰਿਆ ਪਾਰ ਕਰਨਾ ਪਊਗਾ, ਕਿਉਂਕਿ ਉਹਦੇ ਵਿੱਚ ਇੱਕ ਤਾਂ ਲਿਟਮਸ ਟੈਸਟ ਕਿਹਾ ਜਾ ਰਿਹਾ ਕਿ ਪ੍ਰੋਪਰ ਜਿਹੜਾ ਇਹਨਾਂ ਨੇ 2 ਮਹੀਨਿਆਂ ਦੇ ਵਿੱਚ ਕਾਰਗੁਜ਼ਾਰੀ ਕੀਤੀ ਆ, ਉਹਦਾ ਇਹਨਾਂ ਨੂੰ ਲੇਖਾ ਜੋਖਾ ਦੇਣਾ ਪੈਣਾ, ਔਰ ਉਹ ਲੇਖਾ ਜੋਖਾ ਲੋਕਾਂ ਦੀਆਂ ਵੋਟਾਂ ਹੀ ਦੇਣਗੀਆਂ। ਔਰ ਕੈਪਟਨ ਅਮਰਿੰਦਰ ਸਿੰਘ ਕੋਲੇ, ਤਾਂ ਕਿ ਕੱਲ ਨੂੰ ਕੈਪਟਨ ਅਮਰਿੰਦਰ ਜੇ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਕੋਈ ਸੂਚੀ ਜਾਰੀ ਕਰਦਾ, ਤਾਂ ਉਸ ਦੀ ਫਜ਼ੀਹਤ ਤੋਂ ਬਚਣ ਤੋਂ ਪਹਿਲਾਂ ਅੱਜ ਹਰਪਾਲ ਚੀਮਾ ਨੇ ਇੱਕ ਬਹੁਤ ਵਧੀਆ ਬਿਆਨ ਦਿੱਤਾ। ਉਹਨਾਂ ਨੇ ਰਿਕੁਐਸਟ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਉਹ ਜਿਹੜੇ ਸਬੂਤ ਉਹਨਾਂ ਕੋਲੇ ਹੈਗੇ ਨੇ ਉਹ ਪੰਜਾਬ ਸਰਕਾਰ ਨੂੰ ਦੇ ਦਿੱਤੇ ਜਾਣ, ਚਾਹੇ ਉਹ ਪਬਲਿਕ ਤੌਰ ਦੇ ਉੱਪਰ, ਮੈਂ ਤਾਂ ਕਹਿੰਦਾ ਪਬਲਿਕਲੀ ਨਸ਼ਰ ਕਰਨ ਅਮਰਿੰਦਰ ਸਿੰਘ। ਜੇ ਪਹਿਲਾਂ ਉਹਨਾਂ ਨੇ ਰਿਪੋਰਟ ਤਾਂ ਦਿੱਤੀ ਆ ਸੋਨੀਆ ਗਾਂਧੀ ਨੂੰ, ਤੇ ਅੱਜ ਉਹ ਪਬਲਿਕਲੀ ਨਸ਼ਰ ਕਰ ਦੇਣ, ਨਾਲੇ ਤਾਂ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿਣ ਜੋਗੀ ਨਹੀਂ ਹੋਏਗੀ ਕਿ ਕੈਪਟਨ ਨੇ ਸਾਨੂੰ ਸਬੂਤ ਨਹੀਂ ਦਿੱਤੇ। ਹਾਲਾਂਕਿ ਅੱਜ ਹਰਪਾਲ ਚੀਮਾ ਨੇ ਸਬੂਤ ਮੰਗ ਲਏ ਨੇ, ਪਰ ਸਪੋਜ਼ ਕਰੋ ਕਿ ਕੈਪਟਨ ਸਾਹਿਬ ਸਬੂਤ ਦੇ ਦਿੰਦੇ ਨੇ, ਪਰ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਹੇ ਜੀ ਸਾਨੂੰ ਤਾਂ ਸਬੂਤ ਹੀ ਨਹੀਂ ਮਿਲੇ ਹੈਗੇ। ਸੋ ਇਹ ਪਬਲਿਕਲੀ ਨਸ਼ਰ ਕਰਨੇ ਚਾਹੀਦੇ ਨੇ ਕਿ ਆ ਜੀ ਮੈਂ ਅਸਤੀਫਾ ਦਿੱਤਾ ਸੀ ਸੋਨੀਆ ਗਾਂਧੀ ਜੀ ਨੂੰ, ਆ ਮੇਰੇ ਬੰਦੇ ਨੇ ਜਿਹੜੇ ਮਿਨਿਸਟਰ ਸੀ, ਇਹਨਾਂ ਦਾ ਆ ਮਾਈਨਿੰਗ ਦੇ ਵਿੱਚ ਕੰਮ ਸੀਗਾ, ਇਹਨਾਂ ਦਾ ਨਸ਼ਿਆਂ ਦੇ ਵਿੱਚ ਲੈਣ ਦੇਣ ਸੀ, ਆ CID ਦੀਆਂ ਰਿਪੋਰਟਾਂ ਨੇ, ਆ ਸਿੱਧੂ ਸਾਹਿਬ ਦੀਆਂ ਰਿਪੋਰਟਾਂ ਨੇ, ਆ ਨਾਰਕੋਟਿਕ ਬਿਊਰੋ ਦੀ ਜਿਹੜੀ SIT ਬਣੀ ਆ ਉਹਦੀਆਂ ਰਿਪੋਰਟਾਂ ਨੇ, ਆ ਮੈਂ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਸਬਮਿਟ ਕੀਤੀ ਸੀ। ਕਰ ਦੋ ਨਾ, ਇੱਕ ਵਾਈਟ ਪੇਪਰ ਲਾਂਚ ਹੋ ਜਾਊਗਾ ਪੰਜਾਬ ਦੇ ਵਿੱਚ, ਲੋਕਾਂ ਨੂੰ ਵੀ ਪਤਾ ਲੱਗੂਗਾ ਕਿ ਜੋ ਮਾਈਨਿੰਗ ਦੇ ਉੱਪਰ ਇਹ ਵੱਡੀਆਂ ਗੱਲਾਂ ਮਾਰ ਰਹੇ ਨੇ ਕਿ ਅਸੀਂ ਪੂਰੀ ਦੀ ਪੂਰੀ ਮਾਈਨਿੰਗ ਹੈ ਜਿਹੜੀ ਲੀਗਲ ਕਰਤੀ ਪੰਜਾਬ ਦੇ ਵਿੱਚ, ਜਦੋਂ ਕਿ ਉਹ ਮੰਤਰੀ ਸਾਹਿਬ ਦੇ ਆਪਦੇ ਹਲਕੇ ਦੇ ਵਿੱਚ ਹੀ ਮਾਈਨਿੰਗ ਚੱਲ ਰਹੀ ਹੈ, ਉਹਦੀਆਂ ਤਸਵੀਰਾਂ ਵੀ ਨਸ਼ਰ ਹੋ ਰਹੀਆਂ ਨੇ। ਔਰ ਐਡੀ ਵੱਡੀ ਗੱਲ ਜਿਵੇਂ ਕਰ ਰਹੀ ਹੈ ਨਾ ਆਮ ਆਦਮੀ ਦੀ ਸਰਕਾਰ ਕਿ ਬੜੀ ਛੇਤੀ ਪੰਜਾਬ ਚੋਂ ਖਤਮ ਕਰਤਾ, ਇਹ ਬਿਆਨਾਂ ਨੂੰ ਐਕਚੁਅਲ ਵਿੱਚ ਪੰਜਾਬ ਦੇ ਵਿੱਚ ਤਾਂ ਅਸੀਂ ਕੈਚ ਕਰ ਲੈਂਦੇ ਆ, ਪਰ ਇਹ ਬਿਆਨ ਹਿਮਾਚਲ ਵਿੱਚ ਕੈਚ ਨਹੀਂ ਹੁੰਦੇ, ਇਹ ਰਾਜਸਥਾਨ ਗੁਜਰਾਤ ਵਿੱਚ ਕੈਚ ਨਹੀਂ ਹੁੰਦੇ, ਮਹਾਰਾਸ਼ਟਰ ਚ ਕੈਚ ਨਹੀਂ ਹੁੰਦੇ। ਉੱਥੇ ਇਹ ਜਿਹੜਾ ਸਿੱਕੇ ਵੱਟੇ ਨੇ, ਚੌਕੇ ਵੱਟੇ ਨੇ ਕਿ ਆਹ ਦੇਖੋ ਜੀ ਆਹ ਕੁਛ ਹੋ ਗਿਆ, ਕਿਉਂਕਿ ਟਵਿੱਟਰ ਦਾ ਉੱਥੇ ਉਵੇਂ ਹੀ ਖੁੱਲਦਾ। ਸੋ ਇਹ ਚੀਜ਼ਾਂ ਨੇ ਕਿ ਵੱਡੀ ਗੱਲ ਆ ਕਿ ਪੰਜਾਬੀ ਨੂੰ ਉੱਥੇ ਟਰਾਂਸਲੇਟ ਚਾਹੇ ਟਵਿੱਟਰ ਕਰ ਦਿੰਦਾ, ਪਰ ਫਿਰ ਵੀ ਗੱਲਾਂ 80% 90% ਲੁਕੀਆਂ ਰਹਿ ਜਾਂਦੀਆਂ ਨੇ, ਸਿਰਫ 10% ਹੀ ਸੂਚਨਾ ਬਾਹਰਲੇ ਸੂਬਿਆਂ ਤੱਕ ਪਹੁੰਚਦੀ ਆ। ਸੋ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਚੱਕਰ ਵਿੱਚ ਆ ਕਿ ਸੰਗਰੂਰ ਦੀ ਜਿਮਨੀ ਚੋਣ ਨੂੰ ਜਿੱਤ ਕੇ ਉਹਨਾਂ ਨੇ ਹਿਮਾਚਲ ਦੀਆਂ ਚੋਣਾਂ ਦੇ ਲਈ ਵੀ ਆਪਣੇ ਰਾਹ ਪੱਕੇ ਕਰ ਰਹੇ ਆ, ਹਰਿਆਣੇ ਦੀਆਂ ਵੋਟਾਂ ਵੀ ਆ ਜਾਣਗੀਆਂ ਨਾਲ ਅਗਲੇ ਸਾਲ ਲੋਕ ਸਭਾ ਦੇ ਨੇੜੇ। ਸੋ ਉਹ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ। ਮੈਂ ਉਹਦੇ ਤੇ ਵੀ ਗੱਲ ਕਰਾਂਗਾ ਅੱਗੇ। ਆਪਾਂ ਥੋੜਾ ਕੈਪਟਨ ਸਾਹਿਬ ਤੇ ਫੇਰ ਆਈਏ ਕਿ ਜਿਹੜੇ ਸ਼ਮਸ਼ੇਰ ਸਿੰਘ ਦੂਲੋ ਸਾਬਕਾ ਰਾਜ ਸਭਾ ਮੈਂਬਰ ਆ, ਉਹ ਕਹਿੰਦੇ ਨੇ ਕਿ ਕੈਪਟਨ ਸਾਹਿਬ ਵੀ ਦੁੱਧ ਧੋਤੇ ਨਹੀਂ ਹੈਗੇ ਜਿਹੜੇ ਨਾਮ ਜਨਤਕ ਕਰਨਾ ਚਾਹੁੰਦੇ ਨੇ। ਮਤਲਬ ਉਹਨਾਂ ਦਾ ਬਿਆਨ ਉਹ ਤਾਂ ਕੈਪਟਨ ਸਾਹਿਬ ਦੇ ਵੇਲੇ ਤੋਂ ਹੀ ਬੋਲਦੇ ਆਉਂਦੇ ਨੇ। ਦੇਖੋ ਦੁੱਲੋ ਸਾਹਿਬ ਦੀ ਗੱਲ ਨੂੰ ਜੇ ਆਪਾਂ ਦੁਹਰਾਈਏ ਤਾਂ ਤੁਹਾਨੂੰ ਸਾਰੀ ਦੀ ਸਾਰੀ ਗੱਲ ਸੱਚੀ ਨਜ਼ਰ ਆਊਗੀ, ਕਿਉਂਕਿ ਜਦੋਂ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਜਾਂਦੇ ਹੋ, ਉੱਥੇ ਮਨੀ ਦਾ ਇੰਨਾ ਜ਼ਿਆਦਾ ਫਲੱਡ ਆ ਨਾ ਸੁਖਵਿੰਦਰ, ਜੇ ਤੁਸੀਂ ਨਾ ਵੀ ਕਰ ਦੋ ਨਾ, ਉਸ ਤੋਂ ਬਾਅਦ ਕਹਿੰਦੇ ਨੇ ਜੇ ਉਹ ਆਪਣਾ ਹੁੰਦਾ ਨਹੀਂ ਵਿਆਹ ਦੇ ਵਿੱਚ ਭਾਜੀ ਬਚ ਜਾਂਦੀ ਆ, ਉਹਦੇ ਲਈ ਇੱਕ ਅੱਖਰ ਵਰਤਿਆ ਜਾਂਦਾ ਹੁੰਦਾ, ਮੈਂ ਸ਼ਬਦ ਦਾ ਨਾਂ ਹੀ ਭੁੱਲ ਗਿਆ, ਤੇ ਉਹ ਕੋਠੀ ਝਾੜ ਕਹਿੰਦੇ ਨੇ। ਉਹ ਕੋਠੀ ਝਾੜ ਜੇ ਮੁੱਖ ਮੰਤਰੀ ਦੇ ਵਿੱਚ ਜਿਹੜੀ ਕੋਠੀ ਵਿੱਚ ਫਲੋ ਆਫ ਮਨੀ ਆ ਨਾ, ਜਿਹੜੇ ਲੋਕ ਗਿਫਟ ਲੈ ਕੇ ਆਉਂਦੇ ਨੇ ਜਾਂ ਮਹੀਨਾ ਹਫਤਾ ਲੈ ਕੇ ਆਉਂਦੇ ਨੇ ਜਿਹਨਾਂ ਨਾਲ ਬੰਨਿਆ ਹੁੰਦਾ, ਉਹਦਾ ਕੋਠੀ ਝਾੜ ਹੀ ਇੰਨਾ ਜ਼ਿਆਦਾ ਹੁੰਦਾ ਹੈ ਕਿ ਬਹੁਤ ਸਾਡੇ ਮਤਲਬ ਔਕਾਤ ਤੋਂ ਬਾਹਰ ਦੀ ਗਿਣਤੀ ਹੁੰਦੀ ਹੈ। ਸੋ ਉਹ ਗੱਲ ਆ ਕਿ ਜੇ ਆਪਾਂ ਇਹ ਗੱਲ ਦੁੱਲੋ ਸਾਹਿਬ ਦੀ ਗੱਲ ਨੂੰ ਮੰਨ ਲਈਏ ਤਾਂ ਕੈਪਟਨ ਸਾਹਿਬ ਨੇ ਤਾਂ ਕੰਮ ਕੀਤਾ ਹੈਗਾ। ਇਹ ਤਾਂ ਮੋਤੀ ਮਹਿਲ ਪਟਿਆਲੇ 'ਚ ਕੰਮ ਹੁੰਦਾ ਰਿਹਾ। ਇੱਥੋਂ ਦੇ ਜਿਹੜੇ OSD ਸੀਗੇ ਕੈਪਟਨ ਦੇ, ਉਹਨਾਂ ਨੇ ਕਿਵੇਂ ਬਦਲੀਆਂ ਕਰਵਾਈਆਂ ਨੇ ਲੋਕਾਂ ਤੋਂ ਪੈਸੇ ਲੈ ਕੇ, ਉਹ ਇੱਥੇ ਬੈਠਦੇ ਹੁੰਦੇ ਸੀ ਮਹਿਲ ਦੇ ਵਿੱਚ, ਬਾਅਦ ਵਿੱਚ ਉਹਨਾਂ ਨੂੰ ਕਿਸੇ ਸਰਕਾਰੀ ਮਹਿਕਮੇ ਦਾ ਵੱਡਾ ਅਫਸਰ ਲਾਤਾ, ਮੋਟੀ ਤਨਖਾਹ ਲਾਤੀ। ਔਰ ਇਹ ਗੱਲ ਤਾਂ ਮਹਿਲ ਦੇ ਉੱਪਰ ਪੂਰੀ ਦੀ ਪੂਰੀ ਦਰਜਾਬੰਦੀ ਹੁੰਦੀ ਆ ਕਿ ਕੈਪਟਨ ਨੇ ਦਿੱਲੀ ਚੰਡੀਗੜ੍ਹ 'ਚ ਬੈਠ ਕੇ ਪੰਜਾਬ ਨੂੰ ਲੁੱਟਿਆ ਤੇ ਪਰਨੀਤ ਕੌਰ ਨੇ ਪਟਿਆਲੇ ਬੈਠ ਕੇ ਲੁੱਟਿਆ। ਔਰ ਜਿਹੜਾ ਸਭ ਤੋਂ ਵੱਧ ਲੁੱਟਿਆ ਉਹ ਰੂਸਾਂ ਨੇ ਲੁੱਟਿਆ, ਕਿਉਂਕਿ ਉਹਨੇ ਇਨਫੋਰਮੇਸ਼ਨ ਲੁੱਟੀ ਔਰ ਮਾਇਆ ਵੀ ਲੁੱਟੀ। ਲੇਕਿਨ ਪੰਜਾਬ ਦੀ ਸਿਕਿਉਰਿਟੀ ਦੀ ਇਨਫੋਰਮੇਸ਼ਨ ਵੀ ਪਾਕਿਸਤਾਨ ਦੀ ਏਜੰਸੀਆਂ ਕੋਲੇ ਗਈ ਹੈਗੀ ਆ। ਸੋ ਗੱਲਾਂ ਇਹੀ ਆ ਕਿ ਦੁੱਲੋ ਸਾਹਿਬ ਦੀ ਗੱਲ ਨੂੰ 100% ਸੱਚ ਮੰਨਣਾ ਚਾਹੀਦਾ। ਤੇ ਜੇ ਕੱਲ ਨੂੰ ਕੈਪਟਨ ਸਾਹਿਬ ਕਿਸੇ ਦੇ ਇਲਜ਼ਾਮ ਲਾਉਂਦੇ ਨੇ
ਤਾਂ ਮੇਰੇ ਹਿਸਾਬ ਨਾਲ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਚਾਹੁੰਦੀ ਹੈ, ਦੇਖੋ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ, ਉਹ ਆਪਣੀ ਆਮਦਨ ਨਾਲੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮੁਕੱਦਮੇ ਬਾਦਲ ਪਰਿਵਾਰ ਤੇ ਕਰਦੇ। ਇਹਨਾਂ ਨੂੰ ਉਹ ਵਾਲੀ ਫਾਈਲ ਵੀ ਸਾਰੇ ਖਿਲਾਉਣੀ ਚਾਹੀਦੀ ਆ। ਅਗਲੀ ਵਾਰ ਬਾਦਲ ਪਰਿਵਾਰ ਜਦੋਂ ਵਜ਼ਾਰਤ ਵਿੱਚ ਆ ਜਾਂਦਾ, ਫਿਰ ਉਹ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਲੁਧਿਆਣੇ ਵਾਲਾ ਜਿਹੜਾ ਵੱਡਾ ਮਾਲ ਬਣ ਰਿਹਾ ਸੀਗਾ, ਉਹਦੀ ਮਤਲਬ ਸੈਂਕੜੇ ਕਰੋੜਾਂ ਦੀ ਠੱਗੀ ਦਾ, ਉਹਦੇ ਵਿੱਚ ਚੌਧਰੀ ਜਗਜੀਤ ਸਿੰਘ ਦਾ ਨਾਮ ਵੀ ਸੀ, ਮਰਹੂਮ ਨੇ ਹੁਣ, ਪਰ ਠੀਕ ਆ, ਜੋ ਕੰਮ ਮਾੜੇ ਕਰਕੇ ਗਏ ਨੇ ਉਹਨੂੰ ਕਿਉਂ ਚੰਗਾ ਕਹੀਏ ਅਸੀਂ। ਉਹਦੀਆਂ ਵੀ ਫਾਈਲਾਂ ਕੇਸ ਹੋਏ ਸੀ ਤੇ ਉਹਦਾ ਵੀ ਫਾਈਲ ਦੁਆਰੇ ਸਰਕਾਰ ਨੂੰ ਖੁਲਾਉਣੀ ਚਾਹੀਦੀ ਆ। ਜਿਹੜੇ ਕੈਪਟਨ ਬਾਦਲਾਂ ਤੇ ਦੋਸ਼ ਲਾਏ ਸੀ, ਉਹ ਬਾਦਲਾਂ ਦੀ ਸਰਕਾਰ ਆਉਣ ਤੇ ਖਤਮ ਹੋ ਗਏ, ਤੇ ਜਿਹੜੇ ਬਾਦਲਾਂ ਨੇ ਕੈਪਟਨ ਤੇ ਦੋਸ਼ ਲਾਏ ਸੀ, ਉਹ ਦੁਬਾਰਾ ਕੈਪਟਨ ਦੀ ਸਰਕਾਰ ਆਉਣ ਤੇ ਖਤਮ ਹੋ ਗਏ। ਸੋ ਦੋਸ਼ ਲਾਏ ਹੋਈਆਂ ਫਾਈਲਾਂ ਦੇ ਉੱਪਰ ਕੀ ਇਹੋ ਜਿਹੀ ਕਾਰਵਾਈ ਹੋਈ, ਉਹ ਮੈਂ ਕੱਲ ਕੈਪਟਨ ਦੇ ਉੱਤੇ ਹੀ ਖਤਮ ਕਰੂੰਗਾ ਕਿ ਕੈਪਟਨ ਕਹਿ ਰਿਹਾ ਵੀ ਮੇਰੇ ਕੋਲੇ ਮੰਤਰੀਆਂ ਦੇ ਸਬੂਤ ਹੈਗੇ ਨੇ, ਉਹ ਦਿੰਦਾ ਕਿਉਂ ਨਹੀਂ ਹੈਗਾ? ਕਿਉਂਕਿ ਉਸ ਨੂੰ 100% ਪਤਾ ਕਿ ਜਿਸ ਦਿਨ ਮੈਂ ਸਬੂਤ ਦੇ ਤਾਂ ਮੇਰੇ ਖਿਲਾਫ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸਬੂਤ ਦੇਣ ਵਾਲਿਆਂ ਦੀ ਵੀ ਬੜੀ ਵੱਡੀ ਕਤਾਰ ਲੱਗ ਜੂਗੀ। ਸੁਖਵਿੰਦਰ ਵੀ ਜੀ, ਕੀ ਵਾਕਈ ਇਹਨੂੰ ਯਕੀਨਨ ਕਿਹਾ ਜਾ ਸਕਦਾ, ਜਿਵੇਂ ਤੁਸੀਂ ਕਿਹਾ ਕਿ ਮਹਿਲਾਂ ਦੇ ਵਿੱਚੋਂ ਵੀ ਚੱਲਦਾ ਰਿਹਾ ਤੇ ਚੰਡੀਗੜ੍ਹੋਂ ਵੀ ਚੱਲਦਾ ਰਿਹਾ, ਫਿਰ ਗੱਲ ਉਹੀ, ਸਰਕਾਰ ਵੀ ਸਬੂਤ ਮੰਗੇਗੀ ਤੇ ਕੈਪਟਨ ਸਾਹਿਬ ਨੇ ਵੀ ਕਹਿਣਾ ਸਰਕਾਰ ਸਬੂਤ ਮੰਗੇਗੀ। ਸਭ ਤੋਂ ਸੌਖਾ ਜਿਹੜਾ ਹੁੰਦਾ ਨਾ, ਜਿਹੜੀ ਸਭ ਤੋਂ ਜ਼ਿਆਦਾ ਵੱਡੀਆਂ ਬਦਲੀਆਂ ਹੁੰਦੀਆਂ ਨੇ, ਉਹ ਟੀਚਰਾਂ ਦੀਆਂ ਬਦਲੀਆਂ ਹੁੰਦੀਆਂ। ਇੱਕ ਮੈਂ ਕਹਾ ਕਿ ਟੀਚਰ ਜਿਹੜੇ ਸਰਕਾਰੀ ਮੁਲਾਜ਼ਮ ਲੱਗੇ ਹੋਏ ਨੇ, ਕੋਈ ਬਹੁਤ ਅਮੀਰ ਨਹੀਂ ਹੁੰਦੇ, ਕੋਈ ਬਹੁਤ ਜ਼ਿਆਦਾ ਤਨਖਾਹ ਨਹੀਂ ਹੁੰਦੀਆਂ। ਅੱਜ ਜੇ ਉਹ 60-70 ਹਜ਼ਾਰ ਰੁਪਇਆ ਲੈ ਵੀ ਰਹੇ ਨੇ ਤਾਂ ਕੀਮਤਾਂ ਇੰਨੀਆਂ ਜ਼ਿਆਦਾ ਉੱਚੀਆਂ ਜਾ ਚੁੱਕੀਆਂ, ਬਚਦਾ ਉਹ ਤੋਂ ਵੀ ਰੁਪਈਆ ਨਹੀਂ। ਮੇਰੇ ਕੋਲੇ ਨਿੱਜੀ ਤੌਰ ਦੇ ਉੱਪਰ ਇਸ ਤਰ੍ਹਾਂ ਦੇ ਕੇਸ ਆਉਂਦੇ ਰਹੇ ਨੇ ਕਿ ਬਿਨਾਂ ਪੈਸੇ ਲਏ ਬਦਲੀ ਨਹੀਂ ਹੁੰਦੀ, ਔਰ ਜਿੰਨੀ ਵਾਰ ਵੀ ਅਸੀਂ ਟਰਾਈ ਕੀਤੀ ਆ, ਉਹ ਕੋਟੇ ਚੋਂ ਹੋਏਗੀ ਮੰਤਰੀਆਂ ਦੇ। ਉਹ ਮਤਲਬ ਇੱਕ ਆਮ ਆਦਮੀ ਨੂੰ ਜਿੰਨਾ ਲੁੱਟਿਆ ਗਿਆ, ਸੁੱਟਿਆ ਗਿਆ। ਹੁਣ ਸਬੂਤ ਤਾਂ ਮੇਰੇ ਕੋਲੇ ਵੀ ਨਹੀਂ ਹੈਗੇ, ਜੇ ਮੇਰੇ ਕੋਲੇ ਹੁੰਦੇ ਤਾਂ ਮੈਂ ਉਹ OSD ਦਾ ਨਾਮ ਨਾ ਲੈ ਦਿੰਦਾ। ਪਰ ਹਾਂ, ਇਹ ਮਤਲਬ ਆਮ ਗੱਲ ਆ ਕਿ ਬੀਬੀ ਦੀ ਸਿਆਸਤ ਨੂੰ ਬੜਾ ਸਾਫ਼ ਸੁਥਰਾ ਮੰਨਿਆ ਜਾਂਦਾ, ਪਰਨੀਤ ਕੌਰ ਦੀ ਨੂੰ, ਪਰ ਰਿਸ਼ਵਤਖੋਰੀ ਤੋਂ ਜਾਂ ਇਸ ਤਰ੍ਹਾਂ ਪੈਸੇ ਇਕੱਠੇ ਕਰਨ ਤੋਂ ਤੁਸੀਂ ਇਨਕਾਰ ਹੀ ਨਹੀਂ ਹੋ ਸਕਦੇ। ਕਿਉਂਕਿ ਹੁਣ ਤੁਸੀਂ ਜੇ ਮੈਨੂੰ ਮੇਰੇ ਗੱਲ ਨੂੰ ਹੱਥ ਪਾ ਹੀ ਰਹੇ ਹੋ ਤਾਂ ਮੈਂ ਵੀ ਲੱਗਦੇ ਕਰਦੇ ਇੱਕ ਹੋਰ ਪਟਕਾ ਦੇ ਦਿੰਦਾ। ਤੇ ਹੁਣ ਜਿਹੜਾ ਮੇਅਰ ਸੀਗਾ ਇਹਨਾਂ ਦਾ ਪਟਿਆਲੇ 'ਚ ਹੁਣ ਵੀ ਹੈਗਾ, ਤੇ ਉਹ ਬਾਬਾ ਚੰਦਰਪਾਲ, ਉਹ ਕਿਹੜਾ ਬਹੁਤ ਸਿਆਣਾ, ਉਹ ਦੇਖੋ ਤੁਸੀਂ ਸਾਰੇ MC ਜਿੰਨੇ ਵਿਰੋਧੀ ਧਿਰ ਦੇ MC ਨੇ, ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓਜ਼ ਪਈਆਂ ਨੇ ਜਿੱਥੇ ਭੁਪਿੰਦਰਾ ਰੋਡ 22 ਨੰਬਰ ਫਾਟਕ ਤੋਂ ਥਾਪਰ ਕਾਲਜ ਦੀ ਸੜਕ ਨੂੰ ਚੌੜਾ ਕਰਨ ਦਾ ਟੈਂਡਰ ਨਿਕਲਦਾ। ਸੜਕ ਨੂੰ ਚੌੜਾ ਕਰਨ ਲਈ ਉੱਥੇ ਲੁੱਕ ਬਜਰੀ ਪਊਗੀ ਜਾਂ ਟਾਈਲਾਂ ਲੱਗਣਗੀਆਂ? ਟਾਈਲਾਂ ਹੀ ਟਾਈਲਾਂ ਲੱਗੇ। ਪਟਿਆਲੇ ਤੋਂ ਬਣੀਆਂ ਫਰਮਾਂ ਦੀਆਂ ਟਾਈਲਾਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਗਈਆਂ ਨੇ, ਕਿਉਂਕਿ ਉਹ ਜਿਹੜੀਆਂ ਫਰਮਾਂ ਨੇ ਉਹ ਵੀ ਪਟਿਆਲੇ ਦੇ MCਆਂ ਦੀ ਫਰਮਾਂ ਨੇ ਜਿੱਥੇ ਉਹ ਟਾਈਲਾਂ ਬਣਦੀਆਂ ਨੇ। ਔਰ ਉਹ MC ਮੇਅਰ ਦੇ ਬਹੁਤ ਖਾਸਮ ਖਾਸ ਚੇਲੇ ਨੇ, ਔਰ ਮੇਅਰ ਮਹਿਲਾ ਦਾ ਬਹੁਤ ਖਾਸਮ ਖਾਸ ਚੇਲਾ। ਇਹੀ ਚੱਲਦਾ ਹੁੰਦਾ ਨਾ ਭ੍ਰਿਸ਼ਟਾਚਾਰ ਦਾ ਤੰਤਰ, ਅੱਗੇ ਦੀ ਅੱਗੇ ਬੇਨਾਮੀ ਚੀਜ਼ਾਂ ਹੋ ਕੇ ਕੰਮ ਕਰਦੀਆਂ ਨੇ, ਬਟ ਮਨੀ ਫਲੋ ਚੱਲਦਾ ਰਹਿੰਦਾ। ਸੋ ਕੋਈ ਵੀ ਦੁੱਧ ਧੋਤਾ ਨਹੀਂ ਹੈਗਾ ਸੁਖਵਿੰਦਰ ਜੀ। ਇਹ ਹਾਲਾਤ ਪੰਜਾਬ ਦੇ, ਠੀਕ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਐਕਸ਼ਨ ਕਰ ਰਹੀ ਹੈ, ਪਰ ਇਹ ਬਹੁਤ ਵੱਡਾ ਕੰਮ ਕਰਨਾ ਪੈਣਾ, ਸਿਸਟਮੈਟਿਕ ਕੰਮ ਕਰਨਾ ਪੈਣਾ। ਪੈਸੇ ਤੋਂ ਇਲਾਵਾ ਇੱਥੇ ਪਾਲਿਸੀਆਂ ਦਾ ਵੀ ਭ੍ਰਿਸ਼ਟਾਚਾਰ ਹੋਇਆ। ਮੰਤਰਾਲਿਆਂ ਦੀਆਂ ਪਾਲਿਸੀਜ਼ ਇੰਨੀਆਂ ਗਲਤ ਬਣੀਆਂ ਹੋਈਆਂ ਨੇ, ਉਹਨਾਂ ਤੇ ਵੀ ਨਜ਼ਰਸਾਨੀ ਕਰਨੀ ਪੈਣੀ ਹੈ। ਹੁਣ ਮੇਰੇ ਕੋਲ ਸਵੇਰੇ ITI ਵਾਲਿਆਂ ਦਾ ਫੋਨ ਆਇਆ, ਜਿਹੜੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਵੱਲੋਂ ਦਿੱਤੇ ਹੋਏ ਪੈਸਿਆਂ ਦੇ ਉੱਤੇ ਕੰਮ ਕਰਦੇ ਨੇ। 14,500 ਇੰਸਟਰਕਟਰ ਆ, ਉਹ ਪੜ੍ਹਾ ਰਿਹਾ, ਮਤਲਬ ਟੀਚਰ ਦਾ ਦਰਜਾ ਹੈਗਾ, ਉਹ 14,500 ਤੇ ਪੜ੍ਹਾ ਰਿਹਾ। ਦੱਸੋ ਮੈਨੂੰ ਕਿ 14,500 ਚ ਇੱਕ ਪ੍ਰੋਫੈਸਰ ਲੈਵਲ ਦਾ ਬੰਦਾ, ਇੱਕ ਮਾਸਟਰ ਲੈਵਲ ਦਾ ਬੰਦਾ ਪੜ੍ਹਾਉਂਦਾ ਚੰਗਾ ਲੱਗਦਾ ਸਾਡੇ ਸਮਾਜ ਵਿੱਚ? ਉਹ ਵੀ ਸਕਿਲਡ ਲੇਬਰ ਬਣਾਉਣੀ ਹੈਗੀ ਆ ਉਹਨੇ, ਔਰ ਉਸ ਨੂੰ ਕਿਹਾ ਕਿ ਜਾਂਦਾ ਹੈਗਾ ਕਿ ਤੁਸੀਂ ਆਪਣੇ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਨਾਲ ਗੱਲ ਕਰ ਲਓ। ਹੁਣ ਜਦੋਂ ਤੁਸੀਂ ITI ਡਿਪਾਰਟਮੈਂਟ, ਜੋ ਕਿ ਪਹਿਲਾਂ ਹੀ ਉਹਨਾਂ ਨੂੰ ਵਧਾ ਕੇ ਰਾਜੀ ਨਹੀਂ ਹੈਗਾ, ਉਹਦਾ ਪ੍ਰਿੰਸੀਪਲ ਸੈਕਟਰੀ ਮਤਲਬ ਉਸੇ ਡਿਪਾਰਟਮੈਂਟ ਦਾ ਮੁਖੀ ਆ। ਜਿਹੜੇ ਉਹਨਾਂ ਦਾ ਕੰਮਕਾਰ ਰੋਕ ਰਹੇ ਨੇ, ਡਾਇਰੈਕਟਰ, ਡਿਪਟੀ ਡਾਇਰੈਕਟਰ ਜਿੰਨੇ ਵੀ ਹੈਗੇ ਨੇ, ਉਹ ਲਗਾਤਾਰ ਪ੍ਰਿੰਸੀਪਲ ਸੈਕਟਰੀ ਦੇ ਸੰਪਰਕ ਵਿੱਚ ਹੈਗੇ ਨੇ। ਸੋ ਉੱਥੇ ਉਹ ਗਰੀਬ ਬੰਦੇ ਦੀ 14,500 ਵਾਲੇ ਦੀ ਸੁਣਵਾਈ ਕਦੋਂ ਹੋਏਗੀ? ਜਿਹੜਾ ਜਨਤਾ ਦਰਬਾਰ ਲਾਇਆ ਸੀ ਮੁੱਖ ਮੰਤਰੀ ਨੇ, ਉੱਥੇ ਗਿਆ ਸੀ, ਉਹਨਾਂ ਦਾ ਇੱਕ PP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ ਵਾਲੀ ਇੱਕ ਉਹਨਾਂ ਦੀ ਇੰਸਟਰਕਟਰਾਂ ਦੀ ਇੱਕ ਹੋਰ ਹੈਗੀ ਆ, ਸੰਘਰਸ਼ ਕਰਦੇ ਨੇ ਵਿਚਾਰੇ 300-400 ਬੰਦੇ, ਉਹ ਮਿਲਣ ਗਏ। ਮੁੱਖ ਮੰਤਰੀ ਕਹਿੰਦੇ ਜੀ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੂੰ ਮਿਲ ਦਿਓ। ਉਹ ਕਹਿੰਦੇ ਜੀ ਇਹਨਾਂ ਦੇ ਤਾਂ ਮਾਰੇ ਹੋਏ ਆ, ਅਸੀਂ ਤਾਂ ਹੀ ਤੁਹਾਡੇ ਕੋਲੇ ਆਏ ਹਾਂ, ਤੁਸੀਂ ਫੇਰ ਉੱਥੇ ਹੀ ਭੇਜੀ ਜਾ ਰਹੇ ਹੋ ਕਿ ਮੇਰਾ ਮੁਨਸਿਫ ਹੀ ਮੇਰਾ ਕਾਤਿਲ ਹੈ, ਕਿਆ ਮੇਰੇ ਹੱਕ में फैसला देगा?
ਗਾਲਿਬ ਸਾਹਿਬ ਦਾ ਹੈਗਾ, ਜਿਹੜਾ ਮੈਨੂੰ ਕਤਲ ਕਰਨ ਵਾਲਾ ਉਹਦੇ ਕੋਲੇ ਤੁਸੀਂ ਮੈਨੂੰ ਭੇਜੀ ਜਾਂਦੇ ਵੀ ਤੁਹਾਡੇ ਫੈਸਲਾ ਵੀ ਇਹੀ ਕਰੂਗਾ, ਤੁਹਾਡੀ ਜਾਨ ਬਖਸ਼ੀ ਵੀ ਇਹੀ ਕਰੂਗਾ। ਇਹ ਕਿਵੇਂ ਹੋ ਸਕਦਾ? ਸੋ ਜੋ ਅਕਾਲੀ ਦਲ ਬਾਦਲ ਦੇ ਸਮੇਂ ਚੱਲਦਾ ਸੀ ਸਿਸਟਮ, ਜੋ ਕਾਂਗਰਸ ਦੇ ਸਮੇਂ ਚੱਲਦਾ ਸੀ ਸਿਸਟਮ, ਕਿ ਸਾਰਾ ਕੁਝ ਮੋੜ ਘੋੜ ਕੇ ਅਫਸਰਾਂ ਕੋਲ ਹੀ ਭੇਜੀ ਜਾ ਰਹੇ ਨੇ ਪੋਲੀਟੀਸ਼ੀਅਨ, ਇਸ ਤਰ੍ਹਾਂ ਕੰਮ ਨਹੀਂ ਹੋਣੇ। ਇਹ ਤਾਂ ਫਿਰ ਉਹੀ ਰਹਿ ਜਾਊਗਾ ਕਿ ਸ਼ੋਸ਼ੇਬਾਜ਼ੀ ਦੀ ਸਰਕਾਰ, ਸ਼ੋਸ਼ੇਬਾਜ਼ੀ ਦੇ ਐਕਸ਼ਨ ਤੇ ਸ਼ੋਸ਼ੇਬਾਜ਼ੀ ਦੀ ਸਿਆਸਤ। ਜੀ, ਆਪਾਂ ਗੱਲ ਤੁਸੀਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਿਆਸਤ ਤੇ ਕਰ ਰਹੇ ਸੀ ਕਿ ਹਰਿਆਣੇ ਦੇ ਵਿੱਚ ਵੀ ਤਿਆਰੀ ਹੈ, ਕੁਰਸ਼ੇਤਰ ਦੇ ਵਿੱਚ ਰੈਲੀ ਅਰਵਿੰਦ ਕੇਜਰੀਵਾਲ ਹੋਣੀ ਉੱਥੇ ਮਤਲਬ ਕਿ ਚੋਣਾਂ ਦਾ ਬਿਗਲ ਵਜਾ ਰਹੇ ਨੇ ਇੱਕ ਤਰੀਕੇ ਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਰਿਆਣੇ 'ਚ ਉਹ ਲੋਕ ਸ਼ਾਮਲ ਹੋਏ ਜੇ ਦੂਜੀਆਂ ਪਾਰਟੀਆਂ ਦੇ ਨੇ। ਗੱਲ ਫਿਰ ਉੱਥੇ ਹੀ ਆ ਗਈ ਕਿ ਉਹ ਪਹਿਲਾਂ ਕਾਂਗਰਸ ਜਾਂ ਭਾਜਪਾ 'ਚ ਆਨੰਦ ਮਾਣਦੇ ਰਹੇ, ਹੁਣ ਇੱਧਰ ਆ ਜਾਣਗੇ, ਉਹ ਜਿਵੇਂ ਕਹਿੰਦੇ ਨੇ ਕਿ ਦੁੱਧ ਧੋਤੇ ਹੋ ਕੇ ਤੇ ਕੱਟੜ ਇਮਾਨਦਾਰ ਹੋ ਜਾਣਗੇ। ਫਿਰ ਇਹ ਕਿਹੜੇ ਮੂੰਹ ਨਾਲ ਲੋਕ ਵੀ ਕਿਵੇਂ ਕਿਹੜੇ ਹਿਸਾਬ ਨਾਲ ਫਿਰ ਵੋਟਾਂ ਪਾਉਣਗੇ, ਜਾਂ ਇਹ ਕਿਹੜੇ ਮੂੰਹ ਨਾਲ ਵੋਟਾਂ ਮੰਗਣਗੇ? ਡੰਗਰਾਂ ਦੀ ਮੰਡੀ ਵਿੱਚ ਆਪਾਂ ਜਾਂਦੇ ਆ ਨਾ, ਉੱਥੇ ਪਸ਼ੂ ਲੈ ਕੇ ਆਪਣੇ ਬੰਦੇ ਵੇਚਣ ਵੀ ਜਾਂਦੇ ਨੇ, ਪਸ਼ੂ ਆਪਣੇ ਖਰੀਦਣ ਵੀ ਜਾਂਦੇ, ਉਹ ਆਉਂਦੇ ਜਾਂਦੇ ਰਹਿੰਦੇ ਨੇ। ਪਰ ਜਿਹੜੇ ਉਹ ਦਲਾਲ ਹੁੰਦੇ ਆ ਨਾ, ਉਹ ਪੱਕੇ ਮੰਡੀ 'ਚ ਹੀ ਰਹਿੰਦੇ। ਸੋ ਸਿਆਸਤ ਵਿੱਚ ਸਰਕਾਰ ਜਿਹਦੀ ਮਰਜ਼ੀ ਆ ਜਾਏ, ਦਲਾਲਾਂ ਨੇ ਉੱਥੇ ਹੀ ਰਹਿਣਾ ਹੈ। ਜਦੋਂ ਕਾਂਗਰਸ ਦੀ ਤੂਤੀ ਬੋਲਦੀ ਸੀ ਉਦੋਂ ਦਲਾਲ ਕਾਂਗਰਸ ਨਾਲ ਸੀਗੇ, ਅਕਾਲੀਆਂ ਦੀ ਤੂਤੀ ਬੋਲਦੀ ਸੀ ਤਾਂ ਦਲਾਲ ਅਕਾਲੀਆਂ ਨਾਲ ਸੀ। ਹੁਣ ਆਮ ਆਦਮੀ ਪਾਰਟੀ ਦੀ ਤੂਤੀ ਬੋਲਣ ਲੱਗੀ ਤਾਂ ਦਲਾਲਾਂ ਨੇ ਆਪਣੇ ਪੱਲੀਆਂ ਬੰਨ ਕੇ, ਭਰੀਆਂ ਬੰਨ ਕੇ ਹੁਣ ਹੌਲੀ ਹੌਲੀ ਇੱਧਰ ਨੂੰ ਆਪਣਾ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ, ਇਹਦੀਆਂ ਕਿਸ਼ਤੀਆਂ ਵਿੱਚ ਬੈਠਣ ਲੱਗ ਗਏ ਨੇ। ਔਰ ਕੁਝ ਦਲਾਲਾਂ ਨੂੰ ਲੱਗਦਾ ਕਿ ਹਲੇ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਇਦ ਬਾਹਲਾ ਦਿਨ ਨਾ ਚੱਲੇ, ਉਹ ਭਾਜਪਾ ਨਾਲ ਯਾਰੀ ਪਾਉਣ ਲੱਗੇ ਹੋਏ ਨੇ। ਉਹਨਾਂ ਨੂੰ ਲੱਗਦਾ ਵੀ ਸ਼ਾਇਦ 24 'ਚ ਭਾਜਪਾ ਦੀ ਸਰਕਾਰ ਬਣ ਜੇ ਪੰਜਾਬ ਦੇ। ਪਤਾ ਨਹੀਂ ਕਿਵੇਂ ਸੋਚ ਰਹੇ ਨੇ ਕਿ ਪੰਜਾਬ ਦੀ ਵਿਧਾਨ ਸਭਾ ਟੁੱਟੂਗੀ, ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗੂਗਾ, ਲੋਕ ਪਤਾ ਨਹੀਂ ਕੀ ਵਿਉਂਤਾਂ ਬਣਾ ਲੈਂਦੇ ਨੇ। ਪਰ ਜੋ ਪੰਜਾਬ ਦੇ ਹਾਲਾਤ ਨੇ, ਹਲੇ ਤੱਕ ਜੋ ਸਰਕਾਰ ਐਕਸ਼ਨ ਕਰ ਰਹੀ ਆ ਉਹ ਠੀਕ ਠਾਕ ਆ, ਉਹ ਕੋਈ ਬਹੁਤ ਵੱਡਾ ਐਕਸ਼ਨ ਨਹੀਂ ਹੋ ਰਿਹਾ, ਕਿਉਂਕਿ ਪਲੈਨਿੰਗ ਤੋਂ ਬਿਨਾਂ ਕੀਤਾ ਗਿਆ ਐਕਸ਼ਨ ਕਦੇ ਵੱਡਾ ਹੋ ਹੀ ਨਹੀਂ ਸਕਦਾ। ਇਹ ਆਈਐਸ ਆਫੀਸਰ ਦੀ ਲੌਬੀ ਨੂੰ, ਆਈਪੀਐਸ ਆਫੀਸਰ ਦੀ ਲੌਬੀ ਨੂੰ ਜਦੋਂ ਤੱਕ ਸਕਰੂਟਨੀ ਦੇ ਹੇਠ ਨਹੀਂ ਲੈ ਕੇ ਆਉਂਦੀ, ਜਦੋਂ ਤੱਕ ਉਹਨਾਂ ਦੀਆਂ ਤਫਤੀਸ਼ਾਂ ਸ਼ੁਰੂ ਨਹੀਂ ਹੁੰਦੀਆਂ, ਤਾਂ ਤੁਹਾਨੂੰ ਅਸਲੀ ਗੁਲਜਣਾ ਨੇ ਜਿਹੜੀਆਂ ਉਹ ਸਾਹਮਣੇ ਨਹੀਂ ਆਉਣੀਆਂ। ਕਿਉਂਕਿ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਕਰਪਸ਼ਨ ਕੀਤੀ ਆ, ਉਹ ਐਟ ਦਾ ਐਡਵਾਈਸ ਆਫ देयर ਆਫੀਸਰਸ ਕੀਤੀ ਆ। ਉਹਨਾਂ ਦੇ ਅਫਸਰਾਂ ਨੇ ਰਾਹ ਦੱਸਿਆ, ਉਹਨਾਂ ਨੇ ਐ ਕਰਕੇ ਐ ਕਰ ਲਓ ਜੀ, ਐ ਚੀਜ਼ ਹੋ ਜਾਏਗੀ, ਐ ਫਾਈਲ ਨਿਕਲੂਗੀ। ਉਹ ਸਾਰੇ ਆਈਐਸ ਅਫਸਰ ਹੀ ਹੁੰਦੇ ਨੇ, ਜਾਂ ਉਹਨਾਂ ਦੇ ਪੀਏ ਹੁੰਦੇ ਨੇ, ਉਹ ਰਿਸ਼ਤੇਦਾਰ ਹੁੰਦੇ ਨੇ, ਮਾਮੇ ਦਾ ਭਾਣਜਾ ਹੁੰਦਾ। ਆਈਐਸ ਲੌਬੀ, ਆਈਪੀਐਸ ਲੌਬੀ ਕਿਨਾਰੇ ਤੇ ਬੈਠੀ ਆ, ਸਰਕਾਰ ਉਧਰ ਧਿਆਨ ਨਹੀਂ ਦੇ ਰਹੀ। ਤੇ ਜਿੱਦੇ ਇਹ ਸਰਕਾਰ ਮਰੂਗੀ ਉਹਦਾ ਕਾਰਨ ਇਹੀ ਅਫਸਰ ਨਿਕਲਣੇ ਨੇ। ਸੁਖਵਿੰਦਰ ਜੀ, ਸਮਝ ਸਾਹਿਬ, ਇੱਕ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਧਰਨੇ ਪ੍ਰਦਰਸ਼ਨਾਂ ਦੀ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ। ਕੈਪਟਨ ਸਾਹਿਬ ਨੂੰ ਵੀ ਕਿਤੇ ਕਹਿ ਦਿੱਤਾ ਕਿ ਤੁਸੀਂ ਭਾਜਪਾ ਦੀ ਟਿਕਟ ਤੇ ਲੜ ਲਓ, ਕਹਿੰਦੇ ਕਿ ਨਹੀਂ, ਮੈਂ ਕੇਂਦਰੀ ਸਿਆਸਤ 'ਚ ਨਹੀਂ ਜਾਣਾ, ਮੈਂ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਹੀ ਸਰਗਰਮ ਰਹਿਣਾ। ਹੁਣ ਅਗਲੀਆਂ ਚੋਣਾਂ ਦੇ ਵਿੱਚ ਦੇਖਦੇ ਆ ਕਿ ਕਿੰਨਾ ਕੁ ਸਰਗਰਮ ਰਹਿਣਾ ਹੈ। ਪਰ ਗੱਠਜੋੜ ਨੂੰ ਲੈ ਕੇ ਚਰਚਾਵਾਂ ਬੜੀਆਂ ਚੱਲਦੀਆਂ ਵੀ ਪਤਾ ਨਹੀਂ ਇਹਨਾਂ ਦਾ ਗੱਠਜੋੜ ਨਿਭਣਾ ਵੀ ਹੈ ਕਿ ਨਹੀਂ ਨਿਭਣਾ। ਭਾਵੇਂ ਕਿ ਤਸਵੀਰਾਂ ਸੁਖਾਵੀਆਂ ਆ ਜਾਂਦੀਆਂ ਨੇ, ਪਰ ਅੰਦਰ ਕੁਝ ਸਹਿਜ ਨਹੀਂ ਚੱਲ ਰਿਹਾ। ਦੇਖੋ, ਇਸ ਵੇਲੇ ਜਿਹੜਾ ਨਾਮ ਚੱਲ ਰਿਹਾ ਸੰਗਰੂਰ ਤੋਂ, ਉਹ ਚੱਲ ਰਿਹਾ ਹੈਗਾ ਪਰਮਿੰਦਰ ਸਿੰਘ ਢੀਂਡਸਾ ਦਾ, ਕਿ ਜੇ ਭਾਜਪਾ ਦੇ ਨਾਲ ਜੁੜੀਆਂ ਪਾਰਟੀਆਂ ਤੇ ਭਾਜਪਾ ਦੇ ਵਿੱਚੋਂ ਵੀ ਸਭ ਤੋਂ ਤਕੜਾ ਉਮੀਦਵਾਰ ਜੇਕਰ ਸੰਗਰੂਰ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡਾ ਤਕੜਾ ਮੁਕਾਬਲਾ ਜੇ ਕੋਈ ਦੇ ਸਕਦਾ, ਉਹ ਢੀਂਡਸਾ ਪਰਿਵਾਰ ਦੇ ਸਕਦਾ। ਕਿਉਂਕਿ ਸੰਗਰੂਰ ਸੀਟ ਆ, ਜੇਕਰ ਭਗਵੰਤ ਮਾਨ ਹੋਰੀ 19 ਤੇ 14 ਦੇ ਵਿੱਚ ਆਪਣੇ ਉੱਥੋਂ ਸੰਸਦ ਰਹੇ ਨੇ, ਤਾਂ ਉਦੋਂ ਪਹਿਲਾਂ ਢੀਂਡਸਾ ਪਰਿਵਾਰ ਦੇ ਵੱਡੇ ਬਜ਼ੁਰਗ ਨੇ ਜੋ ਸੁਖਦੇਵ ਸਿੰਘ ਢੀਂਡਸਾ, ਉਹ ਵੀ ਰਹੇ। ਸੋ ਵੱਡੀ ਜਿਹੜੀ ਚੁਣੌਤੀ ਆ ਜੋ ਭਗਵੰਤ ਮਾਨ ਹੋਰਾਂ ਨੂੰ ਮਿਲੇਗੀ, ਉਹ ਢੀਂਡਸਾ ਪਰਿਵਾਰ ਤੋਂ ਮਿਲੇ। ਪਰ ਕੈਪਟਨ ਦੀ ਗੱਲ ਸ਼ੁਰੂ ਕਰਨੀ, ਕੈਪਟਨ ਦਾ ਇਨਕਾਰ ਕਰਨਾ ਤੇ ਕੈਪਟਨ ਵੱਲੋਂ ਅਰਵਿੰਦ ਖੰਨੇ ਦਾ ਨਾਮ ਪੇਸ਼ ਕਰਨਾ, ਇਹ ਇੱਕ ਸਿਆਸਤ ਸੀ ਲੌਬਿੰਗ ਦੀ। ਅਰਵਿੰਦ ਖੰਨੇ ਵੱਲੋਂ ਲੌਬਿੰਗ ਕੀਤੀ ਜਾ ਰਹੀ ਹੈ ਕਿ ਉਹਦਾ ਨਾਮ ਉੱਥੇ ਆਵੇ, ਉਹ ਚੋਣ ਲੜੇ। ਇਹ ਇੱਕ ਟਿਕਟ ਦੀ ਲੌਬਿੰਗ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਛੱਡੋ ਤੁਸੀਂ, ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਚੋਣਾਂ ਹਾਰਨ ਤੋਂ ਬਾਅਦ ਆਪਣੀ ਪਾਰਟੀ ਦੀ ਇੱਕ ਮੀਟਿੰਗ ਤੱਕ ਨਹੀਂ ਬੁਲਾਈ। ਘੱਟੋ ਘੱਟ ਬੰਦਿਆਂ ਨੂੰ ਤੁਸੀਂ ਇਕੱਠੇ ਕਰਕੇ ਇਹੀ ਧੰਨਵਾਦ ਕਰ ਦਿੰਦੇ ਵੀ ਜਿੰਨੇ 2.5 ਟੋਟਰੂ ਸਾਡੇ ਨਾਲ ਲੱਗੇ ਹੋ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਮਹਿਲ ਦੇ 4-5 ਬੰਦੇ ਇਕੱਠੇ ਕਰਕੇ ਚਾਹ ਪੀ ਲੈਂਦੇ ਨੇ ਜੀ, ਆਪਾਂ ਬਹੁਤ ਵਧੀਆ ਬਹੁਤ ਵਧੀਆ। ਉਹ ਗੱਲ ਹੈਗੀ ਆ। ਸੋ ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦਾ,
ਉਹ ਪਟਿਆਲੇ ਦੀ ਚੋਣ ਨਹੀਂ ਜਿੱਤ ਸਕਦੇ, ਸੰਗਰੂਰ ਦੀ ਚੋਣ ਕਿੱਥੋਂ ਜਿੱਤ ਜਾਣਗੇ, ਚਾਹੇ ਉਹ ਭਾਜਪਾ ਦੀ ਸਪੋਰਟ ਹੀ ਹੋਵੇ। ਭਾਜਪਾ ਦੇ ਵਿੱਚ ਅਰਵਿੰਦ ਖੰਨਾ ਹੈਗਾ, ਉੱਥੋਂ ਉਹ ਵੀ ਚੋਣ ਲੜੇ ਸੀਗੇ ਸੰਗਰੂਰ ਸੀਟ ਤੋਂ, ਔਰ ਬੀਬੀ ਆਪਣਾ ਉੱਥੋਂ ਮੈਡਮ ਨੇ ਹਰਾਏ ਨੇ ਉਹਨੂੰ, ਬੁਰੇ ਤਰੀਕੇ ਨਾਲ ਹਰਾਇਆ ਹੈਗਾ। ਸੋ ਹੁਣ ਉਹ ਆਪਣੀ ਲੌਬਿੰਗ ਕਰ ਰਿਹਾ, ਕਿਉਂਕਿ ਪਹਿਲਾਂ ਇਹ ਲੱਗ ਰਿਹਾ ਸੀ ਸੁਨੀਲ ਜਾਖੜ ਆ ਜੇ, ਮਤਲਬ ਜੇ ਭਾਜਪਾ ਨੇ ਸੁਨੀਲ ਜਾਖੜ ਖੜਾ ਕਰਤਾ, ਅਰਵਿੰਦ ਉਹਦਾ ਖੰਨੇ ਦਾ ਨਾਮ ਬਹੁਤ ਪਿੱਛੇ ਆ, ਹੁਣ ਪਰਵਿੰਦਰ ਢੀਂਡਸੇ ਦਾ ਨਾਮ ਚੱਲ ਪਿਆ, ਮਤਲਬ ਕਿ ਅਰਵਿੰਦ ਖੰਨੇ ਦਾ ਨਾਮ ਨਹੀਂ ਆ ਰਿਹਾ ਉਮੀਦਵਾਰੀ ਦੇ ਲਈ। ਸੋ ਕੈਪਟਨ ਦੇ ਵੱਲੋਂ ਆ ਕੇ ਉਹ ਇੱਕ ਸ਼ਗੂਫਾ ਛੱਡਿਆ ਗਿਆ। ਦੂਸਰੇ ਪਾਸੇ ਹਰਜੀਤ ਗਰੇਵਾਲ ਤੇ ਜਿਹੜੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ, ਉਹ ਸਾਰੇ ਕਹੀ ਜਾਂਦੇ ਨੇ ਕਿ ਅਸੀਂ ਤਾਂ ਕੈਪਟਨ ਦੇ ਨਾਲ ਲੜਨੀ ਨਹੀਂ ਚੋਣ, ਇਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ ਹੈਗਾ। ਹੁਣ ਇੱਕ ਪਾਸੇ ਉਹ ਗੱਲਾਂ ਵੀ ਆ ਰਹੀਆਂ ਨੇ ਕਿ ਅਸੀਂ ਤਾਂ ਅਗਲੀਆਂ ਚੋਣਾਂ ਜਿਹੜੀਆਂ ਲੜਨੀਆਂ ਨੇ, ਚਾਹੇ ਮਿਊਨਿਸਪੈਲਿਟੀ ਦੀਆਂ ਨੇ, ਚਾਹੇ ਪੰਚਾਇਤਾਂ ਨੇ, ਜਾਂ ਅਗਲੀਆਂ ਵਿਧਾਨ ਸਭਾ ਲੋਕ ਸਭਾ ਵੀ ਆਉਣਗੀਆਂ, ਉਹ ਭਾਜਪਾ ਆਪਣੇ ਦਮ ਤੇ ਲੜੇਗੀ। ਸੋ ਜੇ ਪਰਮਿੰਦਰ ਢੀਂਡਸਾ ਵੀ ਚੋਣ ਲੜਨਗੇ, ਉਹ ਭਾਜਪਾ ਦੇ ਸਿੰਬਲ ਤੇ ਲੜਨਗੇ। ਸੋ ਭਾਜਪਾ ਦੇ ਵੱਲੋਂ ਉਮੀਦਵਾਰ ਹੋਣਗੇ ਤੇ ਉਹ ਭਾਜਪਾ ਦੀ ਟੀਮ ਦੇ ਵਿੱਚ ਸ਼ਿਰਕਤ ਕਰਨਗੇ। ਸੋ ਅਲਟੀਮੇਟਲੀ ਢੀਂਡਸਾ ਪਰਿਵਾਰ ਨੂੰ ਇਸ ਵੇਲੇ ਡਿਸੀਜਨ ਲੈਣ ਦੇ ਵਿੱਚ ਦਿੱਕਤ ਹੋ ਰਹੀ ਆ, ਬਿਲਕੁਲ ਉਹੀ ਦਿੱਕਤ ਜਿਹੜੀ ਉਹਨਾਂ ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੇਲੇ ਦਿੱਕਤ ਆਈ ਸੀ, ਜਦੋਂ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਨੂੰ ਖੁੱਲਾ ਸੱਦਾ ਸੀ ਢੀਂਡਸਾ ਪਰਿਵਾਰ ਨੂੰ। ਪਰ ਇਹਨਾਂ ਨੇ ਉਦੋਂ ਜਿਹੜੇ ਵੱਡੇ ਢੀਂਡਸਾ ਸਾਹਿਬ ਸੀਗੇ ਉਹ ਅੜੇ ਰਹੇ। ਪਰਮਿੰਦਰ ਉਦੋਂ ਵੀ ਜਾਣਾ ਚਾਹੁੰਦੇ ਸੀ ਕਿ ਪੋਲਿਟਿਕਸ ਦੇ ਵਿੱਚ ਮੌਕਾ ਬਹੁਤ ਇੰਪੋਰਟੈਂਟ ਹੁੰਦਾ। ਜੇ ਬਣ ਰਹੀ ਸਰਕਾਰ ਵੱਲੋਂ ਤੁਹਾਨੂੰ ਇਨਵੀਟੇਸ਼ਨ ਹੈਗਾ ਰੈੱਡ ਕਾਰਪੇਟ ਦਾ, ਤਾਂ ਤੁਹਾਨੂੰ ਜਾਣਾ ਚਾਹੀਦਾ। ਹੁਣ ਵੀ ਜੇਕਰ ਇਹਨਾਂ ਨੂੰ ਬੀਜੇਪੀ ਵੱਲੋਂ ਇਨਵੀਟੇਸ਼ਨ ਹੈਗਾ ਰੈੱਡ ਕਾਰਪੇਟ ਦਾ, ਤਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਜਾਣਾ ਚਾਹੀਦਾ। ਆਪਣੀ ਸਿਆਸਤ ਤੇ ਜਿਹੜੀ ਹੈਗੀ ਆ ਇਹਨਾਂ ਦੀ ਆਪਣੀ ਉਹ ਕਰ ਰਹੇ ਨੇ ਪੰਥ ਵਾਲੀ ਸਿਆਸਤ, ਉਹ ਛੱਡ ਦੇਣੀ ਚਾਹੀਦੀ। ਪਰ ਜੇ ਪੰਥ ਵਾਲੀ ਸਿਆਸਤ ਕਰਨੀ ਵੀ ਹੈਗੀ ਆ ਢੀਂਡਸਾ ਸਾਹਿਬ ਨੇ, ਉਹ ਆਪ ਨਾ ਜਾਣ, ਪਰਮਿੰਦਰ ਢੀਂਡਸੇ ਨੂੰ ਸ਼ਿਰਕਤ ਕਰਵਾ ਦੇਣ ਔਰ ਆਪਣੇ ਆਪ ਨੂੰ ਧਾਰਮਿਕ ਉਹਦੇ ਵਿੱਚ ਲੀਨ ਕਰ ਲੈਣ, ਐਸਜੀਪੀਸੀ ਦੀਆਂ ਚੋਣਾਂ ਵੱਲ ਧਿਆਨ ਦੇ ਦੇਣ। ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਵੀ ਤਾਂ ਉਦੋਂ ਹੀ ਹੋਣੀਆਂ ਨੇ ਨਾ ਜਦੋਂ ਕੇਂਦਰ ਸਰਕਾਰ ਚਾਹੂਗੀ। ਬਾਦਲਾਂ ਦੇ ਚੋਣ ਨਾਲ ਤਾਂ ਕੁਝ ਹੋਣਾ ਨਹੀਂ, ਕਿਉਂਕਿ ਬਾਦਲਾਂ ਨੂੰ ਤਾਂ ਖੁੱਡੇ ਲਾਈਨ ਲਾਉਣ ਲੱਗੇ ਹੋਏ ਨੇ, ਉਹ ਆਲਰੇਡੀ ਲਾਇਆ ਹੋਇਆ ਹੈਗਾ। ਸੋ ਇਸ ਵੇਲੇ ਜੋ ਕੈਪਟਨ ਅਮਰਿੰਦਰ ਸਿੰਘ ਜੋ ਛੱਡ ਰਿਹਾ ਅਖਬਾਰਾਂ ਵਿੱਚ, ਇਹ ਸ਼ਗੂਫੇ ਨੇ ਆਪਣੇ ਮਤਲਬ ਜਿਹੜੇ ਉਹਨਾਂ ਦੇ ਬ੍ਰਦਰ ਹੈਗੇ ਨੇ, ਉਹਨਾਂ ਦੀ ਜਿਹੜੀ ਸਿਸਟਰ ਆ, ਉਹ ਅਰਵਿੰਦ ਖੰਨੇ ਦੀ ਸੱਸ ਹੁੰਦੀ ਸੀਗੀ। ਇਹ ਮਤਲਬ ਰਾਇਲ ਫੈਮਿਲੀ ਨਾਲ ਇਸ ਤਰੀਕੇ ਨਾਲ ਜੁੜਿਆ ਹੋਇਆ ਵੀ ਜਿਹੜੀ ਇਹਨਾਂ ਦੀ ਬੀਵੀ ਹੈਗੀ ਅਰਵਿੰਦ ਖੰਨੇ ਦੀ, ਉਹ ਉਹਨਾਂ ਦਾ ਜਿਹੜਾ ਬਲੱਡ ਹੈਗਾ ਉਹ ਬਲੂ ਬਲੱਡਡ ਹੈ। ਸੋ ਉਸ ਕਰਕੇ ਅਰਵਿੰਦ ਖੰਨੇ ਦੀ ਪੈਰਵਾਈ ਕਰਦੇ ਹੋਏ ਅਮਰਿੰਦਰ ਸਿੰਘ ਆਪਣੇ ਤੌਰ ਤੇ ਹੀ ਨਾ ਕਰੀ ਜਾ ਰਹੇ ਨੇ। ਉਹਨਾਂ ਨੂੰ ਪੁੱਛਿਆ ਕੋਈ ਇਨਵੀਟੇਸ਼ਨ ਆਇਆ, ਮੈਨੂੰ ਦੱਸੋ ਵੀ ਕੋਈ ਇਨਵੀਟੇਸ਼ਨ ਆਇਆ ਉਹਨਾਂ ਨੂੰ ਬੀਜੇਪੀ ਵੱਲੋਂ ਉਹ ਚੋਣ ਲੜ ਲੈਣ, ਜਾਂ ਕਿਸੇ ਨੇ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਚੋਣ ਲੜ ਲੈਣ, ਠੀਕ ਹੈ ਨਾ। ਉਹ ਚੀਜ਼ ਆ ਕਿ ਮਤਲਬ ਮਰ ਜੋ ਸੋਰੀ ਆਪੇ ਮੈਂ ਉੱਡ ਸੁਹਾਗਣ, ਉਹ ਕੰਮ ਕੈਪਟਨ ਸਾਹਿਬ ਕਰ ਰਹੇ। ਸੁਖਵਿੰਦਰ ਗੱਲ ਜਿਹੜੀ ਹੈ ਉਹ ਅਕਾਲੀ ਦਲ ਨਾਲ ਹੈ ਕਿ ਸ਼ਸ਼ੋਪੰਜ ਵਿੱਚ ਪਏ ਹੋਏ ਨੇ, ਇਲੈਕਸ਼ਨ ਲੜਨੀ ਕਿ ਨਹੀਂ ਲੜਨੀ, ਪਤਾ ਨਹੀਂ ਬਸਪਾ ਦਾ ਸਾਥ ਮਿਲਣਾ ਹੈ ਕਿ ਨਹੀਂ। ਪਰ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਹਾਲੇ ਤੱਕ ਇਹ ਪੰਥ ਜਾਂ ਪੰਥਕ ਮਸਲਿਆਂ ਨੂੰ ਉਭਾਰਨਾ ਚਾਹੁੰਦੇ ਨੇ, ਪਰ ਸ਼ਿਵ ਸੈਨਾ ਦੇ ਨਾਲ ਕਹਿੰਦੇ ਜਿਹੜਾ ਗੱਠਜੋੜ ਹੈ ਉਹ ਹੁਣ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਜਿਹੜਾ ਚੋਣਾਂ ਤੋਂ ਪਹਿਲਾਂ ਸੀ। ਹਾਲਾਂਕਿ ਬਸਪਾ ਵਾਲੇ ਤਾਂ ਕਹੀ ਜਾਂਦੇ ਨੇ ਕਿ ਹਾਈ ਕਮਾਂਡ ਦੱਸੇਗੀ ਕਿ ਅੱਗੋਂ ਸੰਗਰੂਰ ਵਾਲੀ ਚੋਣ ਇਕੱਠਿਆਂ ਲੜਨੀ ਕਿ ਇਹਨਾਂ ਨੇ ਇਕੱਲਿਆਂ ਲੜਨੀ। ਦੇਖੋ, ਹਾਰਿਆ ਹੋਏ ਦੀ ਕੋਈ ਚੁਆਇਸ ਨਹੀਂ ਹੁੰਦੀ। ਜਦੋਂ ਇੱਕ ਟੀਮ ਮੈਚ ਹਾਰ ਜਾਂਦੀ ਹੈ ਨਾ, ਉਹ ਜੇਤੂ ਟੀਮ ਨੂੰ ਤਮਗੇ ਮਿਲਦੇ ਨੇ, ਜੇਤੂ ਟੀਮ ਦੀਆਂ ਗੱਲਾਂ ਹੁੰਦੀਆਂ ਨੇ, ਮੀਡੀਆ ਵੀ ਉਹਦੀ ਗੱਲ ਕਰਦਾ। ਇਹ ਹਾਰੀ ਹੋਈ ਟੀਮ ਦੇ ਨੇਤਾ ਨੇ, ਹਾਰੀ ਹੋਈ ਟੀਮ ਦੇ ਨੇਤਾਵਾਂ ਨੂੰ ਚੱਲੇ ਹੋਏ ਰੌਂਦ ਕਹਿੰਦੇ ਨੇ ਪੰਜਾਬੀ। ਤੇ ਚੱਲੇ ਹੋਏ ਰੌਂਦਾਂ ਦੇ ਖੋਲ ਸਿਰਫ ਨਾ ਉਹ ਸਕੂਟਰਾਂ ਮੋਟਰਸਾਈਕਲਾਂ ਦੀਆਂ ਚਾਬੀਆਂ ਦੇ ਛੱਲੇ ਬਣਾਉਣ ਲਈ ਆਉਂਦੇ ਨੇ। ਉਹਨਾਂ ਦੇ ਨਾਲ ਉਹਨਾਂ ਨੂੰ ਦੁਬਾਰਾ ਬੰਦੂਕਾਂ 'ਚ ਭਰਿਆ ਨਹੀਂ ਜਾਂਦਾ। ਇਹ ਗੱਲ ਤਾਂ ਅਕਾਲੀ ਦਲ ਬਾਦਲ ਦੇ ਜਿਹੜੇ ਸਿਪਾਹ ਸਲਾਰ ਨੇ, ਜਿਹੜਾ ਮਾਲਕ ਪਰਿਵਾਰ ਹੈਗਾ, ਔਰ ਜਿਹੜੇ ਹੋਰ 10-11 ਜਾਣੇ ਉੱਪਰਲੀਆਂ ਵੱਡੇ ਦੜੰਗੇ ਮਾਰਦੇ ਨੇ, ਚਾਹੇ ਉਹ ਕੁੰਦੜ ਹੈ, ਚਾਹੇ ਚੰਦੂ ਮਾਜਰਾ, ਚਾਹੇ ਰਖੜਾ, ਚਾਹੇ ਚੀਮਾ ਹੈ, ਠੀਕ ਹੈ ਨਾ। ਇਹ ਜਿਹੜੇ ਵੱਡੇ ਆਪਣੇ ਆਪ ਨੂੰ ਤੁਰੇ ਫਿਰਦੇ ਨੇ, ਕਹਦੇ ਕਹਾਉਂਦੇ ਨੇ, ਇਹ ਜਦੋਂ ਤੱਕ ਬੈਠੇ ਨੇ ਅਕਾਲੀ ਦਲ ਦਾ ਕੁਝ ਨਹੀਂ ਹੋਣ ਵਾਲਾ। ਇਹਨਾਂ ਨੂੰ ਆਪਣੀ ਥਰਡ ਲੇਅਰ ਦੇ ਵਿੱਚੋਂ ਚੱਕ ਕੇ ਬੰਦਿਆਂ ਨੂੰ ਉੱਪਰ ਲੈ ਕੇ ਆਉਣਾ ਪਊਗਾ ਔਰ ਆਪ ਲਾਂਭੇ ਹੋ ਕੇ ਬੈਠਣਾ ਪੈਣਾ, ਤਾਂ ਹੀ ਕੁਛ ਇਸ ਪਾਰਟੀ ਦਾ ਹੋ ਸਕਦਾ। ਕਿਉਂਕਿ ਪਾਰਟੀ ਨੂੰ ਇੱਕ ਬਲੱਡ ਨਵਾਂ ਚਾਹੀਦਾ, ਜੋ ਸਿੱਖ ਧਰਮ ਦੇ ਲਈ ਇੱਕ ਅਲੱਗ ਕੰਮ ਕਰੇ, ਜਿਸ ਕੰਮ ਲਈ ਅਕਾਲੀ ਦਲ ਦਾ ਜਨਮ ਹੋਇਆ ਸੀ। ਕਿਉਂਕਿ ਲੋਕ ਹਾਲੇ ਤੱਕ ਨਾ ਤਾਂ ਅਕਾਲ ਤਖਤ ਨਾਲੋਂ ਟੁੱਟੇ ਨੇ, ਨਾ ਅਕਾਲੀ ਦਲ ਨਾਲੋਂ ਟੁੱਟੇ ਨੇ, ਉਹ ਪਰਿਵਾਰ ਦੀ ਸਿਆਸਤ ਨਾਲੋਂ ਟੁੱਟੇ ਨੇ, ਉਹ ਪਰਿਵਾਰ ਦੀਆਂ ਕਾਰਵਾਈਆਂ ਨਾਲੋਂ ਟੁੱਟੇ ਨੇ, ਔਰ ਉਸ ਪਰਿਵਾਰ ਨਾਲ ਜੁੜੇ ਹੋਏ ਲੋਕਾਂ ਦਾ ਜੋ ਕੁਨਬਾ ਹੈਗਾ, ਜਿਹੜਾ ਉਹਦੀ ਕੁਨਬਾ ਪ੍ਰਸਤੀ ਤੋਂ ਟੁੱਟੇ ਨੇ। ਇਹ ਗੱਲ ਜਿੰਨੀ ਦੇਰ ਅਕਾਲੀ ਦਲ ਨੂੰ ਸਮਝ ਨਹੀਂ ਆਉਂਦੀ, ਉਨੀ ਦੇਰ ਉਹਨਾਂ ਦੀ 605 ਇਹੀ ਜਾਰੀ ਰਹੂਗੀ।
ਇਸੇ 605 ਦਾ ਫਾਇਦਾ ਚੱਕਣ ਲਈ ਸਿਮਰਜੀਤ ਸਿੰਘ ਮਾਨ ਨੇ ਨਾਰਾ ਮਾਰਿਆ ਸੀ ਕਿ ਮੈਂ ਚੋਣ ਲੜੂੰਗਾ ਔਰ ਮੈਂ ਪੰਥਕ ਜਥੇਬੰਦੀਆਂ ਤੋਂ ਸਹਾਇਤਾ ਮੰਗੂਗਾ। ਤਾਂ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਵਾਲੇ ਇਹ ਵੀ ਸੋਚਣ ਲੱਗੇ ਹੋਏ ਨੇ ਕਿ ਚਲੋ ਆਪਾਂ ਸਿਮਰਜੀਤ ਸਿੰਘ ਮਾਨ ਨੂੰ ਹੀ ਸਪੋਰਟ ਕਰ ਦਈਏ, ਜੇ ਉਹ ਜਿੱਤ ਜਾਏਗਾ ਸ਼ਾਇਦ ਆਪਣਾ ਕੋਈ ਭਲਾ ਹੋਏਗਾ। ਪਰ ਜੇ ਸਿਮਰਜੀਤ ਸਿੰਘ ਮਾਨ ਨੂੰ ਅਕਾਲੀ ਦਲ ਬਾਦਲ ਦੇ ਦਿੰਦਾ ਸਪੋਰਟ, ਫਿਰ ਇਹ ਵੀ ਗੱਲ ਸਮਝ ਲਿਓ, ਪੰਜਾਬੀ ਦੀ ਸਾਡੀ ਇੱਕ ਹੋਰ ਕਹਾਵਤ ਆ, ਕਹਿੰਦੇ ਜੱਟ ਜੱਟ ਦਾ ਸਾਲਾ ਵਿੱਚੇ ਕਾਲਾ ਮਾਲਾ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਸਿਮਰਜੀਤ ਸਿੰਘ ਮਾਨ ਦੋਵੇਂ ਸਾਡੂ ਸਾਡੂ ਨੇ, ਠੀਕ ਹੈ ਨਾ। ਤੇ ਹੁਣ ਉਹ ਸਾਡੂ ਸਾਡੂ ਆਪਸ ਵਿੱਚ ਬੀਜੇਪੀ ਦੇ ਨਾਲ ਜੁੜਿਆ ਹੋਇਆ ਕੈਪਟਨ ਤੇ ਕੈਪਟਨ ਨਾਲ ਜੁੜਿਆ ਹੋਇਆ ਸਿਮਰਜੀਤ ਸਿੰਘ ਮਾਨ, ਤੇ ਜੇ ਅਕਾਲੀ ਦਲ ਬਾਦਲ ਸਿਮਰਜੀਤ ਸਿੰਘ ਮਾਨ ਨੂੰ ਸਪੋਰਟ ਕਰਦਾ ਹੈਗਾ ਤਾਂ ਕਿਤੇ ਨਾ ਕਿਤੇ ਉਹ ਆਪਣੇ ਆਪ ਦੀ ਸਿਆਸਤ ਦੇ ਭਵਿੱਖ ਨੂੰ ਵੀ ਢਾਹ ਲਾ ਰਿਹਾ। ਪਰ ਪੰਥਕ ਧਿਰਾਂ ਵੱਲੋਂ ਆਈਆਂ ਹੋਈਆਂ ਅਰਜ਼ੀਆਂ ਨੂੰ ਸਨਮਾਨ ਕਰ ਰਿਹਾ, ਉਹ ਗੱਲ ਇੱਕ ਵੱਖਰੀ ਗੱਲ ਹੈਗੀ। ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਸ਼ਿਵ ਸੈਨਾ ਨਾਲ ਜੁੜੇ ਹੋਏ ਨੇ, ਬਸਪਾ ਨਾਲ ਜੁੜੇ ਹੋਏ ਨੇ, ਉਹਦੇ ਤੋਂ ਕਿਨਾਰਾ ਕਰਕੇ ਅਕਾਲੀ ਦਲ ਬਾਦਲ ਨੂੰ ਇਕੱਲੇ ਆਉਣਾ ਪੈਣਾ ਔਰ ਨਵੀਂ ਲੀਡਰਸ਼ਿਪ ਦੇ ਨਾਲ ਆਉਣਾ ਪੈਣਾ। ਉਹੀ ਉਹਨਾਂ ਦੇ ਰੌਸ਼ਨ ਭਵਿੱਖ ਦਾ ਇੱਕ ਸਾਧਨ ਹੋ ਸਕਦਾ। ਨਹੀਂ ਤਾਂ ਫਿਰ ਤੁਸੀਂ ਦੇਖ ਲਓ ਵੀ ਅਕਾਲੀ ਦਲ ਜਾਂ ਜਿਹੜੀ ਸਿੱਖ ਪੰਥ ਦੀਆਂ ਹਿਸਟਰੀ ਰਹੀ ਨੇ, ਜਿਹੜਾ ਇੱਕ ਵਾਰ ਬੰਦਾ ਡਿੱਗਿਆ ਲੋਕਾਂ ਦੀ ਨਜ਼ਰ ਚੋਂ, ਫਿਰ ਉਹ ਉੱਠਿਆ ਨਹੀਂ ਹੈਗਾ। ਚਾਹੇ ਉਹ ਮਾਸਟਰ ਤਾਰਾ ਸਿੰਘ ਰਿਹਾ, ਤੇ ਚਾਹੇ ਗੁਰਚਰਨ ਸਿੰਘ ਟੌੜਾ ਰਿਹਾ, ਤੇ ਚਾਹੇ ਹੁਣ ਪ੍ਰਕਾਸ਼ ਸਿੰਘ ਬਾਦਲ ਐਂਡ ਫੈਮਿਲੀ ਹੋਏ, ਫਿਰ ਲੋਕਾਂ ਦੀਆਂ ਨਜ਼ਰਾਂ 'ਚ ਉੱਠਿਆ ਨਹੀਂ, ਜੋ ਮਰਜ਼ੀ ਹੋਏ। ਸ਼ੁਕਰੀਆ ਸਮਦ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ। तो मेरे नाल मौजूद सर पंजाबनामा दे संपादक ते सीनियर पत्रकार गुरमिंदर सिंह समद। वड्डियां खबरां ते वड्डे मुद्दਿਆਂ ਉੱਤੇ चर्चा की है। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।